हाँ जी, मेरे को बहुत साफ आ रहा है पुत। ज्वाइन दोबारा कर ला। हेलो। हाँ जी, टॉपिक है साडा अज दा ग्रेविटेशनल फील्ड। ग्रेविटेशनल फील्ड किसी बच्चे ਨੂੰ ਭਾਵੇਂ ਗਲਤ ਡੈਫੀਨੇਸ਼ਨ ਆਉਂਦੀ ਹੋਵੇ, ਸਹੀ ਡੈਫੀਨੇਸ਼ਨ ਆਉਂਦੀ ਹੋਵੇ, ਜਿੱਦਾਂ ਦੀ ਆਉਂਦੀ ਹੋਵੇ ਬੱਚਾ ਦੱਸ ਸਕਦਾ। ਸਰ, ਗ੍ਰੈਵਿਟੇਸ਼ਨਲ ਫੀਲਡ ਜਿੰਨੇ ਏਰੀਆ ਵਿੱਚ ਗ੍ਰੈਵਿਟੇਸ਼ਨ ਦਾ ਇਨਫਲੂਐਂਸ ਰਹਿੰਦਾ ਹੈ। ਵੈਰੀ ਗੁੱਡ, ਸ਼ਾਬਾਸ਼। ਇੱਕ ਬਹੁਤ ਅੱਛੀ ਡੈਫੀਨੇਸ਼ਨ ਬੱਚੇ ਨੇ ਮੈਨੂੰ ਦੱਸੀ। ਕਹਿੰਦਾ ਜੀ ਜਿੰਨੇ ਕੁ ਏਰੀਆ ਦੇ ਵਿੱਚ ਜਾਂ ਜਿੰਨੇ ਕੁ ਰੀਜਨ ਦੇ ਵਿੱਚ ਕਿਸੇ ਪਾਰਟਿਕੂਲਰ ਪਲੈਨਟ ਦੇ ਗ੍ਰੈਵਿਟੇਸ਼ਨਲ ਫੋਰਸ ਦਾ ਇਨਫਲੂਐਂਸ ਰਹਿੰਦਾ ਆ, ਇਫੈਕਟ ਉਹਦਾ ਰਹਿੰਦਾ ਆ, ਉਸ ਰੀਜਨ ਨੂੰ ਮੈਂ ਗ੍ਰੈਵਿਟੇਸ਼ਨਲ ਬੋਲਦਾ। ਠੀਕ ਹੈ, ਆਲਮੋਸਟ ਸਹੀ ਦੱਸ ਗਿਆ ਬੱਚਾ, ਬਿਲਕੁਲ ਸਹੀ ਹੈ ਬੇਟਾ। ਕਿਸੇ ਵੀ ਪਲੈਨਟ ਦੇ ਅਰਾਊਂਡ, ਕਿਸੇ ਪਲੈਨਟ ਦੇ ਅਰਾਊਂਡ ਉਹ ਰੀਜਨ, ਇੱਥੇ ਏਰੀਆ ਵਰਡ ਜਿਹੜਾ ਉਹ ਵਰਡ ਯੂਜ਼ ਕਰਨਾ ਬੈਟਰ ਨਹੀਂਗਾ। ਠੀਕ ਹੈ ਨਾ, ਏਰੀਆ ਤੋਂ ਮੀਨਿੰਗ ਮੀਟਰ ਸਕੁਅਰ ਚ ਹੁੰਦਾ, ਰੀਜਨ ਬੋਲਾਂਗੇ, ਰੀਜਨ। ਠੀਕ ਹੈ, ਕੋਈ ਪਲੈਨਟ ਆ, ਪਲੈਨਟ ਦੇ ਆਲੇ ਦੁਆਲੇ ਚਾਰੇ ਪਾਸੇ ਰੀਜਨ, ਉਸ ਰੀਜਨ ਦੇ ਵਿੱਚ ਜੇ ਕੋਈ ਹੋਰ ਬੋਡੀ ਮੈਂ ਲੈ ਕੇ ਆਵਾਂ ਤਾਂ ਉਹ ਜੇ ਉਹਦਾ ਗ੍ਰੈਵਿਟੇਸ਼ਨਲ ਫੋਰਸ ਐਕਸਪੀਰੀਅੰਸ ਕਰੇ, ਮੈਂ ਬੋਲੂੰਗਾ ਜੀ ਇਹ ਰੀਜਨ ਇਹਦਾ ਗ੍ਰੈਵਿਟੇਸ਼ਨਲ ਫੀਲਡ ਆ। ਬੇਟਾ ਬੜਾ ਸਿੰਪਲ ਜਿਹਾ ਫੰਡਾ ਦੇਖੋ, ਮੈਗਨੈਟਿਕ ਫੀਲਡ ਸੁਣਿਆ? ਹਾਂ ਬਈ, ਹਨੀ ਬੋਲ ਬਈ। हैंडरेज आया हनी? यस सर, पिछले साल पढ़ाया। बोलो बोलो बेटा, कोई भी बोल सकता। पिछले साल डेफिनेशन दसनी सर। ग्रेविटेशनल फील्ड दी मैं तो सिंपल डेफिनेशन पूछी ਤੁਹਾਨੂੰ 9th ਚ ਤੁਸੀਂ ਪੜ੍ਹੀ ਹੋ ਸਕਦੀ, ਕੋਈ ਵੱਡੀ ਗੱਲ। ਠੀਕ ਹੈ ਨਾ। ਮੈਗਨੈਟਿਕ ਫੀਲਡ ਦੀ ਡੈਫੀਨੇਸ਼ਨ, ਮੈਗਨੈਟਿਕ ਫੀਲਡ ਦੀ ਸੁਣੋ ਇੱਕ ਵਾਰ, ਪਹਿਲਾਂ ਮੇਰੇ ਤੋਂ ਸੁਣੋ, ਰੁਕ ਜਾਓ, ਕਾਹਲ ਨਾ ਕਰਿਆ ਕਰੋ ਤੁਸੀਂ। ਦੇਖੋ ਆ ਮੈਗਨੇਟ ਆ, ਕੀ ਆ ਇਹ? ਮੈਗਨੇਟ। ਸਮਝ ਆ ਰਹੀ ਹੈ? ਇਸ ਮੈਗਨੇਟ ਦੇ ਆਲੇ ਦੁਆਲੇ ਇੱਕ ਪਾਰਟਿਕੂਲਰ ਰੀਜਨ ਹੋਊਗਾ। ਮੰਨ ਲਓ ਵੀ ਮੇਰੇ ਕੋਲ ਇੱਕ ਸਿੰਪਲ ਜੀ ਇੱਕ ਨੀਡਲ ਆ, ਮੰਨ ਲਓ ਵੀ ਮੇਰੇ ਕੋਲ ਆ ਨੀਡਲ ਆ, ਮੈਟਲ ਦੀ ਨੀਡਲ। ਠੀਕ ਆ, ਮੈਂ ਇਸ ਮੈਟਲ ਦੀ ਨੀਡਲ ਨੂੰ ਮੈਗਨੇਟ ਦੇ ਨੇੜੇ ਲਈ ਆਇਆ, ਜੇ ਇੱਕ ਪਾਰਟਿਕੂਲਰ ਡਿਸਟੈਂਸ ਤਾਂ ਇਹ ਜਮਾ ਅਟਰੈਕਸ਼ਨ ਨਹੀਂ ਹੋਣਾ। ਉਸ ਤੋਂ ਬਾਅਦ ਜਦੋਂ ਇੱਥੇ ਕ ਲੈ ਕੇ ਆਉਂਗੇ ਫਿਰ ਇੱਕਦਮ ਅਟਰੈਕਸ਼ਨ ਹੋ ਕੇ ਇੱਥੇ ਜੁੜ ਜੂਗੀ। ਗੱਲ ਸਹੀ ਹੈ ਗੱਲ? ਇਹਦਾ ਮਤਲਬ ਇੱਥੋਂ ਤੱਕ ਇਹਦਾ ਮੈਗਨੈਟਿਕ ਫੀਲਡ ਸੀ, ਇੱਥੋਂ ਤੱਕ ਤਾਂ ਇਹਦਾ ਮੈਗਨੈਟਿਕ ਫੀਲਡ ਸੀ, ਇਸ ਤੋਂ ਪਰਲੇ ਪਾਸੇ ਦਾ ਮੈਗਨੈਟਿਕ ਫੀਲਡ ਨਹੀਂ ਸੀ। ਮੈਗਨੈਟਿਕ ਫੀਲਡ ਦੇ ਬਿਹਾਫ ਤੇ ਅਸੀਂ ਗ੍ਰੈਵਿਟੇਸ਼ਨਲ ਫੀਲਡ ਸਮਝ ਸਕਦੇ ਹਾਂ। ਅਸੀਂ ਮੈਗਨੇਟ ਦੀ ਬਜਾਏ ਕੀ ਕੰਸੀਡਰ ਕਰਾਂਗੇ ਵੀ ਮੇਰੇ ਕੋਲ ਇੱਕ ਪਲੈਨਟ ਆ, ਤੇ ਪਲੈਨਟ ਦੇ ਆਲੇ ਦੁਆਲੇ ਇਦਾਂ ਦਾ ਰੀਜਨ ਜਿਹਦੇ ਵਿੱਚ ਕੋਈ ਹੋਰ ਬੋਡੀ ਜੇ ਆਵੇ ਤਾਂ ਉਹਨੂੰ ਗ੍ਰੈਵਿਟੇਸ਼ਨਲ ਫੋਰਸ, ਮੈਗਨੇਟ ਤੇ ਮੈਗਨੈਟਿਕ ਫੋਰਸ ਐਕਸਪੀਰੀਅੰਸ ਹੁੰਦਾ। ਠੀਕ ਹੈ, ਉਸੇ ਤਰੀਕੇ ਦੇ ਨਾਲ ਇੱਥੇ ਗ੍ਰੈਵਿਟੇਸ਼ਨਲ ਫੋਰਸ ਐਕਸਪੀਰੀਅੰਸ ਹੋਵੇ ਤਾਂ ਮੈਂ ਕੀ ਆਖੂੰਗਾ? ਮੈਂ ਇਹ ਗੱਲ ਆਖੂੰਗਾ ਕਿ ਅਸੀਂ ਗ੍ਰੈਵਿਟੇਸ਼ਨਲ ਫੀਲਡ ਦੇ ਵਿੱਚ ਆ। ਓਕੇ, ਤਾਂ ਡੈਫੀਨੇਸ਼ਨ ਨੋਟ ਕਰਵਾਇਆ ਬਈ। डेफिनेशन सर वीडियो देखो स्टॉप हो रही है सर, थोड़ा सिग्नल रेड आ रहा है सर। तो ग्रेविटेशनल फील्ड क्या लिख दो? द स्पेस अराउंड अ बॉडी या द स्पेस अराउंड अ प्लैनेट, इको गल। द स्पेस अराउंड अ बॉडी ऑब्लिक प्लैनेट, कोई प्लैनेट भी तो आखिर एक बॉडी है ना। द स्पेस अराउंड अ बॉडी और प्लैनेट इन विच एनी अदर बॉडी या मास कह लो, ठीक है, कोई होर मास आवे, इट्स ग्रेविटेशनल फील्ड, इट्स ग्रेविटेशनल फोर्स, ਇਹਦਾ ਗ੍ਰੈਵਿਟੇਸ਼नल फोर्स बेटा एक्सपीरियंस करे। ठीक है, ਇਹਦਾ ਗ੍ਰੈਵਿਟੇਸ਼नल फोर्स एक्सपीरियंस होवे। द स्पेस अराउंड अ बॉडी या द स्पेस अराउंड अ प्लैनेट, किसी भी बॉडी या किसी भी प्लैनेट के आले दुआले वो स्पेस ਜਿਹਦੇ ਵਿੱਚ कि मैं किसी बॉडी ਨੂੰ ਲੈ ਕੇ ਆਵਾਂ ਤਾਂ ਉਹ ਤੇ ਗ੍ਰੈਵਿਟੇਸ਼नल फोर्स ਲੱਗੇ। ਕਿੱਦਾਂ ਲੱਗੇ ਦੇਖਿਓ ਧਿਆਨ ਦੇ ਨਾਲ। ਮੰਨ ਲਓ ਆ ਮੇਰੇ ਕੋਲ ਇੱਕ प्लैनेट ਆ, ਕੀ ਆ ਇਹ प्लैनेट ਆ। ठीक है, ਇਹਦੇ बोल देना मैं, ਇਹਦੇ ਆਲੇ ਦੁਆਲੇ ਇੱਕ ਰੀਜਨ ਹੋਊਗਾ ਔਰ ਇਸ ਰੀਜਨ ਦੇ ਵਿੱਚ ਇਹਦੇ ਆਲੇ ਦੁਆਲੇ ਬੇਟਾ ਇੱਕ ਰੀਜਨ ਹੋਊਗਾ
इस रीजन दे विच मैं जे कोई होर बॉडी बाहरों लैके आवां, मैं इत्थे एक बॉडी रखती, बाहरों लैके आया, इत्थे ले आया, ਤਾਂ ਇਹ ਇਹਦੇ ਵੱਲ ਅਟਰੈਕਟ ਕਰੂਗੀ ਕਿ ਰਿਪੈਲ ਕਰੂਗੀ? ਬੋਲੋ ਬਾਈ। ਅਟਰੈਕਟ ਕਰੂਗੀ। ਫੋਰਸ ਅੰਦਰ ਵੱਲ ਨੂੰ ਲੱਗੂਗਾ ਐਫ ਚ, ਅਟਰੈਕਸ਼ਨ ਦਾ ਫੋਰਸ ਲੱਗੂਗਾ, ਦੋਨੋਂ ਇੱਕ ਦੂਜੇ ਨੂੰ, ਮਤਲਬ ਕਹਿਣ ਦਾ ਇਹ ਵੀ ਆ ਹੁਣ ਆ ਡੋਮੀਨੇਟਿੰਗ ਆ, ਬਸ ਇਸ ਦਾ ਧਿਆਨ ਰੱਖਿਓ, ਠੀਕ ਆ। ਡੋਮੀਨੇਟਿੰਗ ਆ ਤਾਂ ਇਹਦੇ ਵਿੱਚ ਚੈੱਕ ਕਰਨ ਵਾਸਤੇ ਲੈ ਕੇ ਆਉਂਦੀ ਆ। ਨਾਰਮਲੀ ਜਿਹੜੀ ਬੋਡੀ ਅਸੀਂ ਚੈੱਕ ਕਰਨ ਵਾਸਤੇ ਬਾਹਰੋਂ ਲੈ ਕੇ ਆਉਨੇ ਆ, ਉਹ ਹਮੇਸ਼ਾ ਨੈਗਲੀਜੀਬਲ ਸਾਈਜ਼ ਦੀ ਹੁੰਦੀ ਆ, ਜਾਂ ਉਹ ਹਮੇਸ਼ਾ ਨੈਗਲੀਜੀਬਲ ਮਾਸ ਦੀ ਹੁੰਦੀ ਆ। ਬੇਟੇ ਜੀ ਗੱਲ ਸਮਝ ਆ ਰਹੀ ਕਿ ਨਹੀਂ ਆ ਰਹੀ? Yes, sir. ਨੈਗਲੀਜੀਬਲ ਮਾਸ ਮਤਲਬ ਇਹਦਾ ਮਾਸ ਇਹਦੇ ਕੰਪੈਰੀਟਿਵਲੀ ਨੈਗਲੀਜੀਬਲ ਹੁੰਦਾ। ਓਕੇ, ਤਾਂ ਇਦਾਂ ਦੇ ਕੇਸ 'ਚ ਇੱਥੇ ਫੋਰਸ ਲੱਗਿਆ, ਆ ਬੋਡੀ ਪਲੈਨਟ ਦਾ ਮੰਨ ਲਓ ਕੈਪੀਟਲ ਐਮ ਮਾਸ ਆ, ਇਸ ਬੋਡੀ ਦਾ ਮਾਸ ਸਮਾਲ ਐਮ ਆ, ਤਾਂ ਆ ਜਿਹੜਾ ਰੀਜਨ ਆ, ਕਿਉਂਕਿ ਇੱਥੇ ਫੋਰਸ ਲੱਗਿਆ, ਇਹਨੂੰ ਐਕਸਪੀਰੀਅੰਸ ਹੋਇਆ, ਤਾਂ ਮੈਂ ਬੋਲੂੰਗਾ ਵੀ ਆਹ ਵਾਲੀ ਜਿਹੜਾ ਰੀਜਨ ਆ ਇਹਦੇ ਆਲੇ ਦੁਆਲੇ ਚਾਰੇ ਪਾਸੇ, ਇਸ ਰੀਜਨ ਨੂੰ ਬੋਲੂੰਗਾ ਮੈਂ ਗ੍ਰੈਵਿਟੇਸ਼ਨਲ ਫੀਲਡ। ਇਹ ਸਾਰੇ ਦਾ ਸਾਰਾ ਗ੍ਰੈਵਿਟੇਸ਼ਨਲ ਫੀਲਡ ਆ। ਨੋਟ ਹੋ ਗਿਆ? ਹਨੀ ਸਮਝ ਆ ਗਿਆ ਤੇਰੇ ਕਿ ਨਹੀਂ ਆਇਆ? क्लियर है सर। ਓਕੇ, ਹੁਣ ਗ੍ਰੈਵਿਟੇਸ਼ਨਲ ਫੀਲਡ ਆ ਉਹ ਕਿਸੇ ਪਾਰਟਿਕੂਲਰ ਪੁਆਇੰਟ ਤੇ ਤਕੜਾ ਕਿ ਮਾੜਾ, ਆਪਾਂ ਇਹ ਪਤਾ ਕਰਨਾ। ਮੰਨ ਲਓ ਵੀ ਮੈਂ ਪੁਆਇੰਟ ਕੰਸੀਡਰ ਕੀਤਾ ਇੱਥੇ 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 ਇੱਥੇ, ਉੱਥੇ ਕਿਸੇ ਵੀ ਪੁਆਇੰਟ ਤੇ ਤੁਹਾਨੂੰ ਪੁੱਛਿਆ ਵੀ ਦੱਸੋ ਜੀ ਚੈੱਕ ਕਰੋ ਵੀ ਗ੍ਰੈਵਿਟੇਸ਼ਨਲ ਫੀਲਡ ਸਟਰੋਂਗ ਆ ਕਿ ਵੀਕ ਆ ਜਾਂ ਕਿੰਨਾ ਆ, ਉਹਦੀ ਮੇਜਰਮੈਂਟ ਕਰਨੀ। ਉਹਦੀ ਮੇਜਰਮੈਂਟ ਕਰਨ ਦੇ ਵਾਸਤੇ ਮੇਰੇ ਕੋਲ ਜਿਹੜੀ ਡੈਫੀਨੇਸ਼ਨ ਆ, ਉਹਦੀ ਮੇਜਰਮੈਂਟ ਮੈਂ ਕਾਹਦੇ ਨਾਲ ਕਰੂੰਗਾ? ਇਹਦੇ ਵਾਸਤੇ ਮੈਂ ਫਿਰ ਮੈਗਨੇਟ ਤੇ ਜਾਊਂਗਾ। ਮੈਗਨੈਟਿਕ ਫੀਲਡ ਦੀ ਇੰਟੈਂਸਿਟੀ, ਮਤਲਬ ਮੈਗਨੈਟਿਕ ਫੀਲਡ ਕਿੰਨਾ ਕੁ ਤਕੜਾ ਜਾਂ ਕਿੰਨਾ ਕੁ ਮਾੜਾ, ਉਹਦੇ ਵਾਸਤੇ ਮੈਂ ਮੈਗਨੈਟਿਕ ਫੀਲਡ ਦੀ ਇੰਟੈਂਸਿਟੀ ਕੈਲਕੂਲੇਟ ਕਰਦਾ ਹੁੰਦਾ ਸੀ, ਜਿਹਨੂੰ ਅਸੀਂ B ਲਿਖਦੇ ਹੁੰਦੇ ਸੀ 10th ਕਲਾਸ ਦੇ ਵਿੱਚ, ਮਾੜਾ ਮਾੜਾ ਯਾਦ ਹੋਊਗਾ ਤੁਹਾਨੂੰ। Yes, ਠੀਕ ਹੈ, sir. ਮੈਗਨੈਟਿਕ ਫੀਲਡ। ਉਸੇ ਤਰੀਕੇ ਨਾਲ ਗ੍ਰੈਵਿਟੇਸ਼ਨਲ ਫੀਲਡ ਨੂੰ ਕਿਸੇ ਪਾਰਟਿਕੂਲਰ ਪੁਆਇੰਟ ਤੇ ਜੇ ਪਤਾ ਕਰਨਾ ਵੀ ਇਹ ਸਟਰੋਂਗ ਆ ਕਿ ਵੀਕ ਆ, ਉਹਦੇ ਵਾਸਤੇ ਮੈਂ ਗ੍ਰੈਵਿਟੇਸ਼ਨਲ ਫੀਲਡ ਦੀ ਜਿਹੜੀ ਇੰਟੈਂਸਿਟੀ ਆ ਮੈਂ ਉਹਦੀ ਮੇਜਰਮੈਂਟ ਕਰੂੰਗਾ। ਠੀਕ ਹੈ ਨਾ ਬੇਟਾ? ਤਾਂ ਅਗਲਾ ਟੌਪਿਕ ਸਾਡਾ ਇਹਦੇ ਵਿੱਚ ਕੀ ਆ? ਐਰੋ ਲਾ ਕੇ ਲਿਖਿਓ ਗ੍ਰੈਵਿਟੇਸ਼ਨਲ ਫੀਲਡ ਇੰਟੈਂਸਿਟੀ। ਡਾਇਗਰਾਮ ਆਪਾਂ ਭਾਵੇਂ ਨਵਾਂ ਨਾ ਬਣਾਈਏ, ਗ੍ਰੈਵਿਟੇਸ਼ਨਲ ਫੀਲਡ ਇੰਟੈਂਸਿਟੀ ਮਤਲਬ ਗ੍ਰੈਵਿਟੇਸ਼ਨਲ ਫੀਲਡ ਦੀ ਸਟਰੈਂਥ, ਗ੍ਰੈਵਿਟੇਸ਼ਨਲ ਫੀਲਡ ਇੰਟੈਂਸਿਟੀ। ਗ੍ਰੈਵਿਟੇਸ਼ਨਲ ਫੀਲਡ ਦੀ ਇੰਟੈਂਸਿਟੀ ਕੀ ਆ? ਕਿਸੇ ਗ੍ਰੈਵਿਟੇਸ਼ਨਲ ਫੀਲਡ ਦੇ ਵਿੱਚ ਕੋਈ ਪੁਆਇੰਟ ਮੈਂ ਕੰਸੀਡਰ ਕੀਤਾ, ਫੀਲਡ ਦੇ ਵਿੱਚ ਹੋਣਾ ਚਾਹੀਦਾ ਇਹ ਪੁਆਇੰਟ। ਸਮਝ ਆ ਰਹੀ ਗੱਲ? ਗ੍ਰੈਵਿਟੇਸ਼ਨਲ ਫੀਲਡ ਦੇ ਵਿੱਚ ਮੈਂ ਇੱਕ ਪੁਆਇੰਟ ਕੰਸੀਡਰ ਕੀਤਾ ਔਰ ਇਸ ਪੁਆਇੰਟ ਤੇ ਮੈਂ ਪਤਾ ਕਰਨਾ ਕਿ ਗ੍ਰੈਵਿਟੇਸ਼ਨਲ ਫੀਲਡ ਦੀ ਇੰਟੈਂਸਿਟੀ ਕਿੰਨੀ ਆ। ਉਹਦੇ ਵਾਸਤੇ ਮੈਂ ਕੀ ਕਰੂੰਗਾ ਬੱਚੇ, ਧਿਆਨ ਨਾਲ ਸੁਣ ਲਿਓ। ਮੈਂ ਇਸ ਪੁਆਇੰਟ ਨੂੰ P ਕਹਿਤਾ ਵੀ ਇਟ ਇਜ਼ ਅ ਪੁਆਇੰਟ P, ਔਰ ਇੱਥੇ ਇੱਕ ਮੈਂ ਮਾਸ ਰੱਖਤਾ ਸਮਾਲ m। ਸਮਾਲ m ਨੂੰ ਯਾਦ ਰੱਖਿਓ, ਵੈਸੇ ਇਹ ਯੂਨਿਟ ਮਾਸ ਹੁੰਦਾ, ਠੀਕ ਹੈ ਨਾ? ਇਹਨੂੰ ਆਪਾਂ ਯੂਨਿਟ ਮਾਸ ਬੋਲਾਂਗੇ, ਯੂਨਿਟ ਮਾਸ। ਧਿਆਨ ਨਾਲ ਸੁਣ ਲਿਓ ਗੱਲ, ਠੀਕ ਹੈ? ਪਰ ਜੇ ਮੰਨ ਲਓ ਵੀ ਯੂਨਿਟ ਮਾਸ ਇਹ ਨਹੀਂ ਗਾ, ਇਹ ਵੱਡਾ ਆ, ਫਿਰ ਆਪਾਂ ਨੂੰ ਡਿਵਾਈਡ ਕਰਕੇ ਯੂਨਿਟ ਪਤਾ ਕਰਨਾ ਪਊਗਾ। ਕਿੱਦਾਂ? ਇੱਕ ਵਾਰ ਰੁਕ ਜਾਓ, ਮੇਰੇ ਕੋਲ ਆ ਵੱਡੀ ਬੋਡੀ ਆ, ਆ ਛੋਟੀ ਬੋਡੀ ਆ। ਆਹ ਬੋਡੀ ਜਿਹੜੀ ਇਹ ਮੇਨ ਆ, ਇਹਦਾ ਫੀਲਡ ਆ। ਛੋਟੀ ਬੋਡੀ ਦਾ ਮਾਸ ਹਮੇਸ਼ਾ ਨੈਗਲੀਜੀਬਲ ਹੋਣਾ ਚਾਹੀਦਾ, ਠੀਕ ਹੈ? ਇਹਨੂੰ ਟੈਸਟ ਮਾਸ ਵੀ ਕਹਿ ਦਿੰਦੇ ਆ। ਕੀ ਬੋਲ ਦਿੰਦੇ ਇਹਦਾ ਨਾਮ? ਟੈਸਟ ਮਾਸ। ਟੈਸਟ ਕਰਨਾ ਇਹਦਾ ਨਾਮ ਆ ਟੈਸਟ ਮਾਸ। ਇਹਦੇ ਤੇ ਅਸੀਂ ਚੈੱਕ ਕਰਨਾ ਵੀ ਇਸ ਰੀਜਨ ਦੇ ਵਿੱਚ ਜਿਹੜਾ ਮੈਂ ਡਰਾ ਕੀਤਾ ਇੱਥੇ, ਇਸ ਰੀਜਨ ਦੇ ਵਿੱਚ ਗ੍ਰੈਵਿਟੇਸ਼ਨਲ ਫੀਲਡ ਦੀ ਇੰਟੈਂਸਿਟੀ ਕਿੰਨੀ ਕਾ, ਤਾਂ ਉਹਦੇ ਵਾਸਤੇ ਮੈਂ ਇੱਕ ਟੈਸਟ ਮਾਸ ਲਿਆ ਕੇ P ਪੁਆਇੰਟ ਤੇ ਰੱਖਤਾ, ਜਿੱਥੇ ਮੈਂ ਪਤਾ ਕਰਨਾ। ਕਲੀਅਰ ਹੈ ਗੱਲ ਕਿ ਨਹੀਂ ਕਲੀਅਰ? ਤਾਂ ਹੁਣ ਜੇ ਮੈਂ ਆਖਾਂ ਕਿ P ਪੁਆਇੰਟ ਤੇ ਗ੍ਰੈਵਿਟੇਸ਼ਨਲ ਫੀਲਡ ਦੀ ਇੰਟੈਂਸਿਟੀ ਦੀ ਡੈਫੀਨੇਸ਼ਨ ਦਿਓ, ਤਾਂ ਕੀ ਡੈਫੀਨੇਸ਼ਨ ਬਣਦੀ ਆ? ਜਿੰਨਾ ਫੋਰਸ ਲੱਗਿਆ ਉਹ ਡਿਵਾਈਡ ਬਾਈ ਮਾਸ ਦੀ ਵੈਲਿਊ। ਲਓ ਆ ਡੈਫੀਨੇਸ਼ਨ, ਔਖਾ ਹੋ ਗਿਆ। force experienced per unit mass, this is the intensity at this point। ਇੱਥੇ ਗ੍ਰੈਵਿਟੇਸ਼ਨਲ ਫੀਲਡ ਕਿੰਨਾ ਕੁ ਤਕੜਾ, ਉਹਦੀ ਵੈਲਿਊ ਪਤਾ ਕਰਨੀ ਆਪਾਂ, ਉਹਦੀ ਗ੍ਰੈਵਿਟੇਸ਼ਨਲ ਫੀਲਡ ਦੀ ਇੰਟੈਂਸਿਟੀ ਪਤਾ ਕਰਨੀ ਆ। ਤਾਂ ਕਲੀਅਰ ਹੋ ਗਿਆ ਤੁਹਾਡੇ? ਕਿਉਂ ਬਈ? ਲਿਖ ਲਓ the gravitational field intensity, the gravitational field intensity at any point P, at any point, कोई भी point हो सकता है, at any point P in the gravitational field, gravitational field ਦੀ intensity
ਗ੍ਰੈਵਿਟੇਸ਼ਨਲ ਫੀਲਡ 'ਚ ਹੀ ਕੈਲਕੂਲੇਟ ਕਰੋਗੇ ਨਾ ਤੁਸੀਂ, ਉਹ ਤੋਂ ਬਾਹਰ ਤਾਂ ਨਹੀਂ ਨਾ ਹੁੰਦੀ। ਸਮਝ ਆ ਰਹੀ ਹੈ ਗੱਲ? at any point P in the gravitational field is equal to gravitational field of the body ਕਰ ਲਿਓ, ਕਿਸੇ ਬੋਡੀ ਦਾ ਗ੍ਰੈਵਿਟੇਸ਼ਨਲ ਫੀਲਡ, ਜਿਹੜੀ ਬੋਡੀ ਆਪਾਂ ਕੰਸੀਡਰ ਕਰ ਰਹੇ ਹਾਂ। ਆ ਸਾਡੀ ਵੱਡੀ ਬੋਡੀ ਆ, ਬ੍ਰੈਕਟ 'ਚ ਪਲੈਨਟ ਪਾ ਦਿਓ, is equal to, ਦੁਬਾਰਾ ਸੁਣੋ, ਮੈਂ ਕੁਝ ਨਹੀਂ ਲਿਖ ਰਿਹਾ, ਨਾਲ ਦੀ ਨਾਲ ਹੀ ਡੈਫੀਨੇਸ਼ਨ ਬਣਾ ਰਹੀ, ਕੋਈ ਨਵੀਂ ਨਹੀਂ ਆ ਰਹੀ। The gravitational field intensity at any point P in the gravitational field of this planet or this body is equal to, ਕਿਹਦੇ ਇਕੁਅਲ ਆ? is equal to, ਆ ਮੇਨ ਡੈਫੀਨੇਸ਼ਨ ਆ, gravitational force experienced, the gravitational force experienced per unit test mass, ठीक है? Gravitational force experienced per unit test mass, इन्हों test mass बोलता, per unit test mass at that point, उस point, समझ आ रही गल? पर एक शर्त आ, ਜਦੋਂ मैं इत्थे टेस्ट मास लिखता तो टेस्ट मास की बेसिक डेफिनेशन पेज के उपर खाली थां हैगा तुहाडे कोले, पेज के उपर जिहड़ा खाली थां हैगा पेज के उपर खाली जगह ते टेस्ट मास की डेफिनेशन लिखियो पेज के उपर। टेस्ट मास की है? नेगलिजिबली स्मॉल मास, नेगलिजिबली स्मॉल मास, बहुत थोड़ा मास, which can not affect the gravitational field of this, which can not affect, जिहड़ा affect नहीं करता, affect the gravitational, which can not affect the gravitational field of the body, ਜਿਹੜਾ ਬੋਡੀ ਦੇ ਗ੍ਰੈਵਿਟੇਸ਼ਨਲ ਫੀਲਡ ਨੂੰ ਅਫੈਕਟ ਨਾ ਕਰੇ। ਇਹ ਨਾ ਹੋਵੇ ਵੀ ਇਹ ਉਹਨੂੰ ਖਿੱਚਣ ਲੱਗ ਜਾਵੇ, ਜ਼ੋਰ ਲਾ ਕੇ ਖਿੱਚੂਗਾ ਤਾਂ ਸਹੀ, ਪਰ ਇਹਦਾ ਫੋਰਸ ਨੈਗਲੀਜੀਬਲ ਹੋਊਗਾ, ਠੀਕ ਹੈ ਇਹਦਾ, ਔਰ ਇਹਦਾ ਫੋਰਸ ਡੋਮੀਨੇਟਿੰਗ ਆ, ਠੀਕ ਹੈ ਬੇਟਾ? ਤਾਂ ਡੋਮੀਨੇਸ਼ਨ ਰੱਖਿਆ ਆਪਾਂ, ਇਹਦੀ ਇੰਟੈਂਸਿਟੀ ਪਤਾ ਕਰ ਦਾਂਗੇ, ਠੀਕ ਹੈ? ਜੇ ਡੋਮੀਨੇਸ਼ਨ ਜੇ ਇਹਦਾ ਨਾ ਰਿਹਾ, ਫਿਰ ਇਹਦੇ ਇਫੈਕਟ ਨੂੰ ਖਤਮ ਕਰੂਗਾ, ਇਹਨੂੰ ਖਿੱਚੂਗਾ, ਉਹ ਇਹਨੂੰ ਖਿੱਚੂਗਾ, ਠੀਕ ਹੈ? ਉਹਦੇ ਨਾਲ ਇਹਦਾ ਗ੍ਰੈਵਿਟੇਸ਼ਨਲ ਫੀਲਡ ਇਫੈਕਟ ਹੋਊਗਾ ਆਲੇ ਦੁਆਲੇ, ਤਾਂ ਕਰਕੇ ਮੈਂ ਇੱਥੇ ਲਿਖਿਆ ਟੈਸਟ ਮਾਸ, ਔਰ ਨਾਲ ਮੈਂ ਤੁਹਾਨੂੰ ਟੈਸਟ ਮਾਸ ਦੀ ਡੈਫੀਨੇਸ਼ਨ ਦਿੱਤੀ ਆ, ਇਹ ਨੋਟ ਕਰ ਲਓ ਟੈਸਟ ਮਾਸ ਦੀ ਡੈਫੀਨੇਸ਼ਨ। ਟੈਸਟ ਮਾਸ ਕਦੇ ਵੀ ਬੋਡੀ ਦੇ ਗ੍ਰੈਵਿਟੇਸ਼ਨਲ ਨੂੰ ਫੀਲਡ ਨੂੰ ਅਫੈਕਟ ਨਹੀਂ ਕਰਦਾ। ਓਕੇ, ਕੰਟੀਨਿਊ ਕਰਾਂ? ਇਹਨੂੰ ਕਾਹਦੇ ਨਾਲ ਡਿਨੋਟ ਕਰੇ? ਗ੍ਰੈਵਿਟੇਸ਼ਨਲ ਫੀਲਡ ਇੰਟੈਂਸਿਟੀ ਨੂੰ ਲਿਖ ਦਿਓ, ਇਟ ਕੈਨ ਬੀ ਡਿਨੋਟ, ਇਟ ਮੇ ਬੀ ਡਿਨੋਟਡ ਐਜ਼, ਵੈਸੇ ਤਾਂ ਸਾਡੇ ਘਰ ਦਾ ਰਾਜ ਹੁੰਦਾ, ਠੀਕ ਹੈ? ਇਟ ਮੇ ਬੀ ਡਿਨੋਟਡ ਐਜ਼, ਇਹਨੂੰ ਲਿਖਾਂਗੇ EG, ਗ੍ਰੈਵਿਟੇਸ਼ਨਲ ਫੀਲਡ ਦੀ ਇੰਟੈਂਸਿਟੀ, EG ਇਹਦੇ ਇਕੁਅਲ ਆ ਬੇਟਾ, ਇਕੁਅਲ ਆ ਫੋਰਸ ਅਪਨ ਮਾਸ, F upon M, F फोर्स लग रहा, जे तुसी फोर्स नूं FG लिखना चाहुंदे लिख लो, कोई चक्कर नहीं, डिवाइड बाय टेस्ट मास, फोर्स डिवाइड बाय टेस्ट मास, या मैं एक बार डेफिनेशन लिख देना, फिर थल्ले अगले स्टेप च लिख दूंगा। ऊपर तो मैं लिख देना ग्रेविटेशनल फोर्स, ऊपर तो मैं लिख देना ग्रेविटेशनल फोर्स, ते डिवाइड बाय थल्ले मैं लिख देना टेस्ट मास। तो मेरे को EG की वैल्यू जिहड़ी आ, ग्रेविटेशनल फोर्स मेरे को आया बेटा कितना, F अपॉन टेस्ट मास आया मेरे को स्मॉल m, ठीक है? मैंने दसो फोर्स वैक्टर कि स्केलर आ, मैनू दसो बई फोर्स वैक्टर कि स्केलर आ, जल्दी दसो। वेक्टर है, ਉਹ फोर्स एक वैक्टर क्वांटिटी है, सारे नू पता हैगा, बोलते नहीं। फोर्स किहड़ी क्वांटिटी है? वैक्टर। वेक्टर जे फोर्स वैक्टर है तो इलैक्ट्रिक फील्ड, सॉरी ग्रेविटेशनल फील्ड फिर की होया? ग्रेविटेशनल फील्ड की इंटेंसिटी वेक्टर क्वांटिटी इन वेक्टर फॉर्म लिख दियो। EG एरो ला के लिखो, EG इज अ वेक्टर क्वांटिटी, EG is a vector quantity and in vector form
जे असी वैक्टर फॉर्म च लिखना चाहिए तो असी की लिखांगे, असी लिखांगे ई जी वैक्टर इज इक्वल टू एफ वैक्टर अपॉन एम। ई जी वैक्टर इज इक्वल टू एफ वैक्टर अपॉन एम। कोई शक? No, sir. पता लग रहा सारिਆਂ ਨੂੰ? चलो हुण एक खास गल करते हैं। मन लो भी ये प्लैनेट जिहड़ा आ ये अर्थ आ, समझ आ रही गल कि नहीं आ रही? मन लो ये प्लैनेट अर्थ आ, ठीक है। जे अर्थ नहीं भी कोई भी कैपिटल एम मास का प्लैनेट आ स्मॉल एम तो फोर्स की वैल्यू भी तो कैलकुलेट की जा सकती है ना। मान लो कि पी पॉइंट तो एम पॉइंट की जी डिस्टेंस आ वो असी जिदा अगे मनी दी आर उदा ही इत्थे मान ली आर। लिखो भी सेंटर टू सेंटर डिस्टेंस आर, सेंटर टू सेंटर डिस्टेंस आर लिख लो ते की ला दिए न्यूटन दा सॉरी हाँ न्यूटन्स लॉ ऑफ ग्रेविटेशन लगा दा इत्थे कि ना लगावां? बोलो भाई। हाँ जी। इनू रब करन लग्या मैं उपरों, ठीक है। न्यूटन्स लॉ ऑफ ग्रेविटेशन लगाउण लग्या मैं ते न्यूटन्स लॉ ऑफ ग्रेविटेशन मैनू की कहंदा लिखियो नाउ फ्रॉम न्यूटन्स लॉ ऑफ ग्रेविटेशन, फ्रॉम न्यूटन्स लॉ ऑफ ग्रेविटेशन, न्यूटन का ग्रेविटेशन का लॉ कहंदा मैनू वो कहंदा फोर्स की वैल्यू तो सानू आउंदी आ ये हुंदी जी कैपिटल एम स्मॉल एम बाय आर स्क्वायर। पता कि नहीं पता? इक्वेशन नंबर 2 Yes, sir. Yes, sir. आ वाली साडी इक्वेशन नंबर 1 वैक्टर वाली ना लिखियो, ठीक है। वैक्टर तो बिना लिखांगे असीं क्योंकि डायरैक्शन जिहड़ी है साडी क्लीयर हो जू, कोई नहीं वो भी दस दूंगा मैं तुहानू। वैसे जिहड़ी इत्थों एक गल क्लीयर हो रही है, जिहड़ी डायरैक्शन फोर्स की होगी वही डायरैक्शन ग्रेविटेशनल फील्ड की होगी, दोनों सेम डायरैक्शन। जे फोर्स अंदर नू लग रहा तो इस पॉइंट ते ग्रेविटेशनल फील्ड भी किधर नू आ, फिर वो भी अंदर वाल नू आ। समझ आ रही गल कि नहीं आ रही? ठीक है, ये कोई शक वाली गल नहीं होनी चाहिए। तो यूजिंग 2 in 1, यूजिंग इक्वेशन 2 इन इक्वेशन 1 मेरे को ईजी दी वैल्यू आई वो आई पुत्रो एफ अपॉन एम के 1 कैपिटल एम स्लैम अपॉन आर स्क्वायर मैं थे पुट कर बेटे जी एम नाल एम कैंसल हो गया तो मेरे को ग्रेविटेशनल फील्ड की जिहड़ी इंटेंसिटी है मेरे कोले पुत्रो कितनी आ गई? मेरे कोले ग्रेविटेशनल फील्ड की इंटेंसिटी जिहड़ी आ गई जी एम बाय स्मॉल आर स्क्वायर। ये साडा आंसर है जी एम बाय स्मॉल आर स्क्वायर। ठीक है बेटा? हाँ जी बेटा ध्यान नाल देखियो साडे कोले जिहड़ा ई जी आ जी एम बाय आर स्क्वायर आ गया। ठीक है बेटा? ये साडे कोले किसी भी पॉइंट पी ते स्पेस दे विच किसी भी पॉइंट पी ते जिहड़ी इलैक्ट्रिक फील्ड दी सॉरी ग्रेविटेशनल फील्ड दी इंटेंसिटी आ ओदी वैल्यू मिल गई। मैनूं उम्मीद है भी तुहानूं समझ आ गया। क्यों भाई? Yes, sir. ओके चलिए आगे। Sir, हाँ बेटा बोलो। sir, ਆਪਾਂ acceleration due to gravity ना कह सकते हैं equal? हजे नहीं इक्वल कह सकते, थोड़ा जिहा रुक जाओ। ठीक कह सकते हैं, वेट करो बिकॉज आ डिस्टेंस बहुत ज्यादा आ, हजे नहीं कह सकते। ठीक है ना? असी उदों कह सकते हैं, असी उदों कह सकते हैं जदों आ जिहड़ा मास आ ये अर्थ दे सरफेस दे नेड़े होवे। ठीक है? लिखांगे फॉर अर्थ सपोज फॉर ऐ करो फॉर अ पॉइंट नियर द सरफेस ऑफ अर्थ इत्थे लिखो अर्थ दे सरफेस दे नेड़े। जे मैं अर्थ दे सरफेस दे नेड़े कोई पॉइंट लवां पी पॉइंट नूं नेड़े लै जां तां बेटा स्मॉल आर इज Excuse me, इक्वल। sir. हाँ बेटा बोलो। Sir, मैं rejoin करना मैं कर लूं तुसी मीटिंग लॉक तो नहीं कीती? नहीं नहीं कर लो, कोई भी रीजन कर लो, नहीं की। Okay, thank स्मॉल आर इज इक्वल टू कैपिटल आर, स्मॉल आर इज इक्वल टू कैपिटल आर। जदों आ पार्टिकल नेड़े चला गया
ਤਾਂ ਜਿਹੜੀ ਆਹ ਡਿਸਟੈਂਸ ਆ ਇਹ ਇਹਦੀ ਰੇਡੀਅਸ ਦੇ ਬਰਾਬਰ ਹੋ ਜੂਗੀ ਔਰ ਇਹਦੀ ਰੇਡੀਅਸ ਆਪਾਂ ਕੈਪੀਟਲ ਆਰ ਮੰਨੀ। ਗੱਲ ਸਮਝ ਆ ਰਹੀ ਕਿ ਨਹੀਂ ਆ ਰਹੀ? ਤਾਂ ਮੈਂ ਆਹ ਵਾਲੀ ਵੈਲਿਊ ਇੱਥੇ ਯੂਜ਼ ਕਰਕੇ ਨਾਓ ਈਜੀ ਲਿਖੂੰਗਾ ਜਿਹੜਾ ਅਰਥ ਦੇ ਵਾਸਤੇ ਉਹ ਆਊਗਾ ਜੀ ਕੈਪੀਟਲ ਐਮ ਬਾਈ ਕੈਪੀਟਲ ਆਰ ਦਾ ਸਕੁਅਰ। ਆਹ ਵੈਲਿਊ ਤੁਹਾਡੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੇ ਬਰਾਬਰ ਆ। ਇਹਨੂੰ ਤੁਸੀਂ ਸਮਾਲ ਜੀ ਦੇ ਬਰਾਬਰ ਲਿਖ ਸਕਦੇ। ਕੋਈ ਸ਼ੱਕ ਕਿਸੇ ਨੂੰ? ਮਤਲਬ ਇਹ ਸਪੈਸੀਫਿਕ ਕੇਸ ਆ, ਹਰੇਕ ਕੇਸ ਦੇ ਵਿੱਚ ਇਕੁਅਲ ਨਹੀਂ। ਹਾਂ ਡਾਈਮੈਂਸ਼ਨ ਜ਼ਰੂਰ ਇਕੁਅਲ ਆ। ਹਾਂ ਬੋਲ। ਸਰ ਆਪਾਂ ਲਿਖਿਆ ਸੀ ਵੀ Eg is equal to F upon m। ਸਰ ਜੇ ਆਪਾਂ ਨਿਊਟਨ ਦਾ ਸਰ ਸੈਕੰਡ ਲਾਅ ਦੇਖੀਏ ਉਹ ਸਰ F is equal to ma ਹੁੰਦਾ ਸਰ। ਹਾਂ ਮੇਰੀ ਗੱਲ ਸੁਣੋ, ਹਾਂ ਕਲੀਅਰ ਹੈ। ਨਿਊਟਨ ਦੇ ਸੈਕੰਡ ਲਾਅ ਦੇ ਵਿੱਚ ਹੁੰਦਾ F is equal to ma। ਚੱਲ ਅੱਗੇ। ਮੈਂ ਸਮਝਦਾ ਤੇਰੀ ਗੱਲ। ਫਿਰ ਸਰ m ਨੂੰ ਆਪਾਂ ਕੈਨਸਲ ਨਹੀਂ ਕਰ ਸਕਦੇ? ਸ਼ਾਂਤੀ ਰੱਖ, ਮੈਂ ਹੋਰ ਰਿਜ਼ਲਟ ਦਿਨਾ ਹੁਣ ਤੈਨੂੰ ਇੱਕ, ਠੀਕ ਆ? ਤੂੰ ਯਾਦ ਕਰਾਤਾ। ਨਿਊਟਨ ਦਾ ਸੈਕੰਡ ਲਾਅ ਬੋਲਦਾ F is equal to ma ਤਾਂ ਐਕਸਲਰੇਸ਼ਨ is equal to F upon m। ਸੁਣਿਓ, ਜੇ ਤਾਂ ਅਰਥ ਦੇ ਸਰਫੇਸ ਦੇ ਨੇੜੇ ਚਲਾ ਗਿਆ ਫਿਰ ਤਾਂ ਇਹ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੇ ਇਕੁਅਲ ਆ। ਦਿਸ ਇਜ਼ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਜਿਹਦੀ ਵੈਲਿਊ 9.8 ਹੁੰਦੀ ਆ। ਬਟ ਜੇ ਤੁਸੀਂ ਕਿਸੇ ਪੁਆਇੰਟ P ਤੇ ਰਹਿੰਦੇ ਆ then this is equal to a। ਆ ਕਿਹਦੇ ਇਕੁਅਲ ਆ? this is equal to a। a ਦਾ ਮਤਲਬ ਆ ਐਕਸਲਰੇਸ਼ਨ at that point। ਜਦੋਂ ਫੋਰਸ ਲੱਗੂਗਾ ਐਕਸਲਰੇਸ਼ਨ ਵੀ ਪ੍ਰੋਡਿਊਸ ਹੋਊਗੀ, ਫੋਰਸ ਲੱਗੂਗਾ ਤਾਂ ਐਕਸਲਰੇਸ਼ਨ ਵੀ ਪ੍ਰੋਡਿਊਸ ਹੋਊਗੀ। ਛੋਟਾ ਪਾਰਟੀਕਲ ਆ ਬਾਹਲਾ, ਇਹਦੇ ਵਿੱਚ ਜਿਹੜੀ ਐਕਸਲਰੇਸ਼ਨ ਪ੍ਰੋਡਿਊਸ ਹੋਊਗੀ ਨਿੱਕੇ ਪਾਰਟੀਕਲ ਦੇ ਵਿੱਚ, ਉਹ ਐਕਸਲਰੇਸ਼ਨ ਜਿਹੜੀ ਆ ਪੁੱਤਰ ਉਹ gm ਬਾਈ ਸਮਾਲ r ਸਕੁਅਰ ਨਾਲ ਵੀ ਰਿਪਰੈਜ਼ੈਂਟ ਕੀਤੀ ਜਾ ਸਕਦੀ ਆ। ਤਾਂ ਕੁੱਲ ਮਿਲਾ ਕੇ ਗ੍ਰੈਵਿਟੇਸ਼ਨਲ ਫੀਲਡ ਦੀ ਇੰਟੈਂਸਿਟੀ ਐਕਸਲਰੇਸ਼ਨ ਦੇ ਬਰਾਬਰ ਹੁੰਦੀ। ਹਾਂ ਹੁਣ ਕਰਦੇ ਆ ਸਵਾਲ ਜੀ ਕੋਈ ਹੈਗਾ? ਹੋ ਗਿਆ ਸਰ। ਬੋਲੋ ਬਈ। ਲਓ ਲਿਖੋ ਇਹਦੀ SI ਯੂਨਿਟ। SI ਯੂਨਿਟ ਆਫ Eg, ਗ੍ਰੈਵਿਟੇਸ਼ਨਲ ਫੀਲਡ ਦੀ SI ਯੂਨਿਟ। SI ਯੂਨਿਟ ਕੀ ਬਣਦੀ ਹੈ ਪੁੱਤਰ? SI ਯੂਨਿਟ ਬਣਦੀ ਸਾਡੇ ਕੋਲੇ G। ਦੇਖੋ ਇੱਥੋਂ ਫਾਈਂਡ ਕਰੋਗੇ ਤੰਗ ਹੋਵੋਗੇ, मीटर पर सेकंड स्क्वायर। ਇੱਥੋਂ ਤੰਗ ਹੋਵੋਗੇ, ਠੀਕ ਆ? ਅਸੀਂ ਬੇਸਿਕ ਫਾਰਮੂਲੇ ਤੇ ਜਾਵਾਂਗੇ। Eg is equal to F upon m। ਤਾਂ ਨਿਊਟਨ ਪਰ ਕਿਲੋਗ੍ਰਾਮ, ਨਿਊਟਨ ਕਿਲੋਗ੍ਰਾਮ ਇਨਵਰਸ ਆ ਤੁਹਾਡੀ SI ਯੂਨਿਟ ਆ, ਨਿਊਟਨ ਕਿਲੋਗ੍ਰਾਮ ਇਨਵਰਸ। ਲਓ ਜੀ ਡਾਈਮੈਂਸ਼ਨਲ ਫਾਰਮੂਲਾ ਮਿੰਟ ਲਾਓ, ਕਿਉਂਕਿ ਇਹ ਫਾਰਮੂਲੇ ਆਪਾਂ ਪਹਿਲੇ ਚੈਪਟਰ 'ਚ ਨਹੀਂ ਕੀਤੇ ਹੋਏ ਸਾਰੇ। ਮੈਂ ਆਖਿਆ ਸੀ ਜਿੱਦਾਂ ਜਿੱਦਾਂ ਚੈਪਟਰ ਆਈ ਜਾਣਗੇ ਨਾਲੋਂ ਦੀ ਨਾਲ ਕਰਵਾਈ ਜਾਊਂਗਾ ਤੁਹਾਨੂੰ। ਤਾਂ Eg ਦਾ ਡਾਈਮੈਂਸ਼ਨਲ ਫਾਰਮੂਲਾ, ਆਹ ਫਾਰਮੂਲਾ ਨਾ ਲਾਇਓ, ਇਹਦੇ ਨਾਲ ਵੀ ਸੇਮ ਆਨਸਰ ਹੀ ਆਉਣਾ ਪਰ ਇਹ ਮੁਸ਼ਕਲ ਪਊਗਾ। ਆਹ ਆਸਾਨ ਪਊਗਾ। F upon m ਫੋਰਸ ਦਾ ਕਿੰਨਾ ਹੁੰਦਾ ਬਈ? ml t raised to power -2। m1 l1 t raised to the power -2 upon ਮਾਸ ਦਾ m1। ਚੈੱਕ ਕਰਿਓ, ਆਹ ਤਾਂ ਐਕਸਲਰੇਸ਼ਨ ਦਾ ਫਾਰਮੂਲਾ ਆ l1 t -2। यस सर। ਇਹਦਾ ਮਤਲਬ ਆਹ ਐਕਸਲਰੇਸ਼ਨ ਜਮਾ ਸਹੀ ਸੀ, ਆਪਾਂ ਗੱਪ ਨਹੀਂ ਮਾਰਿਆ। ਆ ਵੀ ਐਕਸਲਰੇਸ਼ਨ ਜਮਾ ਸਹੀ ਸੀ, ਹਨਾ? ਅੱਜ ਇਹ ਸਾਡਾ ਟੌਪਿਕ ਕੰਪਲੀਟ ਆ ਬੇਟਾ। ਜੇ ਕਿਸੇ ਬੱਚੇ ਨੂੰ ਨਹੀਂ ਸਮਝ ਆਇਆ ਪੁੱਛ ਸਕਦਾ। ਚੱਲਾਂ ਨਵੇਂ ਟੌਪਿਕ ਤੇ। ਚਲੋ ਅੱਜ ਟੌਪਿਕ ਆ ਗ੍ਰੈਵਿਟੇਸ਼ਨਲ पोटेंशियल एनर्जी। इंपॉर्टेंट ला लियो, वेरी इंपॉर्टेंट। ग्रेविटेशनल पोटेंशियल एनर्जी अ वेरी इंपॉर्टेंट टॉपिक। ग्रेविटेशनल पोटेंशियल एनर्जी किसी भी पर्टिकुलर पॉइंट ते ग्रेविटे, देखो पहली गल तो भी ग्रेविटेशनल पोटेंशियल एनर्जी भी ग्रेविटेशनल फील्ड च ही होगी। किसी पॉइंट P ते मैं ग्रेविटेशनल किसी हाइट ते H ते किसी भी पॉइंट ते मैं ग्रेविटेशनल पोटेंशियल एनर्जी पता करनी है भी कितनी है। तो ਉਹਦੇ ਵਾਸਤੇ मैं की करूंगा, बड़ा सिंपल जिहा फंडा, ठीक है ना? करांगे ਅਸੀਂ ਕਿਸੇ ਪਾਰਟੀਕਲ ਨੂੰ ਅਰਥ ਤੋਂ ਚੱਕ ਕੇ, ਦੇਖੋ ਦੋ ਗੱਲਾਂ ਹੁੰਦੀਆਂ, ਜਾਂ ਤਾਂ ਮੈਂ ਉਸ ਪਾਰਟੀਕਲ ਨੂੰ ਅਰਥ ਦੇ ਸੈਂਟਰ ਤੋਂ ਮੂਵ ਕਰਾਵਾਂ, ਲਿਜਾ ਕੇ ਉੱਥੇ ਲਿਜਾ, ਜਾਂ ਉਹਨੂੰ ਇਨਫਿਨਿਟੀ ਤੋਂ ਚੱਕ ਕੇ। ਬੇਸਿਕਲੀ ਜਿਹੜਾ ਡੈਫੀਨੇਸ਼ਨ ਆਉਂਦੀ ਸਾਡੀ ਉਹ ਇਨਫਿਨਿਟੀ ਵਾਲੀ ਆਉਂਦੀ ਹੈ, ਪੋਟੈਂਸ਼ੀਅਲ एनर्जी, ठीक है? ਤਾਂ ਧਿਆਨ ਨਾਲ ਸੁਣ ਲਿਓ ਗੱਲ ਨੂੰ, थोड़ी जी कंसनट्रेट होके, ठीक है? डेफिनेशन च की देवांगे असीं
ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਕੀ ਆ, ਲਿਖ ਦਿਓ ਦ ਗ੍ਰੈਵਿਟੇਸ਼ਨਲ potential energy of a body at any point in the gravitational field of a planet, ਕਿਸੇ ਪਲੈਨਟ ਦੇ ਗ੍ਰੈਵਿਟੇਸ਼ਨਲ ਫੀਲਡ ਦੇ ਵਿੱਚ ਕਿਸੇ ਵੀ ਪੁਆਇੰਟ P ਤੇ, ਕੋਈ ਪੁਆਇੰਟ ਮੰਨ ਲੈਂਦੇ ਆ, ਉੱਥੇ ਕਿਸੇ ਬੋਡੀ ਦਾ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਇਜ਼ ਇਕੁਅਲ ਟੂ, ਕਿਹਦੇ ਇਕੁਅਲ ਹੁੰਦੀ ਆ, ਇਜ਼ ਇਕੁਅਲ ਟੂ ਟੋਟਲ ਅਮਾਉਂਟ ਆਫ ਵਰਕ ਡਨ, ਟੋਟਲ ਅਮਾਉਂਟ ਆਫ ਵਰਕ ਡਨ, ਜਾਂ ਟੋਟਲ ਵਰਕ ਕੀਤਾ, total amount of work done to bring the body, ਉਸ ਬੋਡੀ ਨੂੰ ਲੈ ਕੇ ਆਉਣ ਵਾਸਤੇ ਟੋਟਲ ਵਰਕ ਜਿਹੜਾ ਕੀਤਾ, total amount of work done to bring the body from infinity to that point, ਉਸ ਪੁਆਇੰਟ ਤੇ ਲੈ ਕੇ ਆਉਣ ਦੇ ਵਾਸਤੇ ਜਿਹੜਾ ਵਰਕ ਕੀਤਾ, ਇਨਫਿਨਿਟੀ ਤੋਂ ਉਸ ਪੁਆਇੰਟ ਤੇ ਲਿਆਉਣ ਵਾਸਤੇ ਜਿਹੜਾ ਵਰਕ ਕੀਤਾ। ਠੀਕ ਆ, ਕਿਹਦੇ ਅਗੇਂਸਟ, ਹੁਣ ਇੱਥੇ ਇੱਕ ਗੱਲ ਆ, ਜਾਂ ਅੰਡਰ ਦ ਇਫੈਕਟ ਆਫ ਜਾਂ ਅਗੇਂਸਟ ਦ ਗ੍ਰੈਵਿਟੇਸ਼ਨਲ ਫੀਲਡ, ਜਿਹੜਾ ਗ੍ਰੈਵਿਟੇਸ਼ਨਲ ਫੀਲਡ ਆ ਉਸ ਗ੍ਰੈਵਿਟੇਸ਼ਨਲ ਫੀਲਡ ਦੇ ਅਗੇਂਸਟ ਲੈ ਕੇ ਆਉਣਾ, ਜਾਂ ਕਈ ਵਾਰ ਸਾਨੂੰ ਇਹ ਮਿਲ ਜਾਂਦਾ ਕਿ ਅੰਡਰ ਦ ਇਫੈਕਟ ਆਫ ਗ੍ਰੈਵਿਟੇਸ਼ਨਲ ਫੀਲਡ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਅੰਡਰ ਦ ਇਫੈਕਟ ਆਫ gravitational field of planet, under the effect of gravitational force ਕਰ ਲਓ of the planet, planet ਦੇ gravitational force, ਕਿਉਂਕਿ ਫੀਲਡ ਤੋਂ ਹੀ ਫੋਰਸ ਆਇਆ ਨਾ, ਉਹਦੇ ਬਰਾਬਰ, ਇਹਨੂੰ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਬੋਲਦੇ ਆ। ਹਜੇ ਤੱਕ ਕੱਲਾ ਲਿਖਿਆ ਸਮਝ ਘੱਟ ਆਇਆ ਹੋਊਗਾ ਤੁਹਾਡੇ, ਹੁਣ ਮੈਂ ਤੁਹਾਨੂੰ ਸਮਝਾ ਵੀ ਦਿੰਦਾ, ਧਿਆਨ ਨਾਲ ਸੁਣ ਲਿਓ। ਮੇਰੇ ਕੋਲੇ ਕੀ ਆ, ਮੇਰੇ ਕੋਲੇ ਆ ਇੱਕ ਪਲੈਨਟ ਆ, ਪਲੈਨਟ ਬਾਹਲਾ ਵੱਡਾ ਬਣਾਉਣ ਦੀ ਸਾਨੂੰ ਲੋੜ ਨਹੀਂ, ਛੋਟੇ ਬਣਾ ਦਾਂਗੇ ਅਸੀਂ। ਇਸ ਪਲੈਨਟ ਦਾ ਸੈਂਟਰ ਔਰ ਇਹਦੇ ਆਲੇ ਦੁਆਲੇ ਮੈਂ ਗ੍ਰੈਵਿਟੇਸ਼ਨਲ ਫੀਲਡ ਡਰਾ ਕਰ ਦਿੰਦਾ, ਇਹਦੇ ਆਲੇ ਦੁਆਲੇ ਮੈਂ ਗ੍ਰੈਵਿਟੇਸ਼ਨਲ ਫੀਲਡ ਡਰਾ ਕਰ ਦਿੰਦਾ। ਆ ਪਲੈਨਟ ਆ, ਇਹਦੇ ਆਲੇ ਦੁਆਲੇ ਆ ਗ੍ਰੈਵਿਟੇਸ਼ਨਲ ਫੀਲਡ, ਕਿਉਂ ਬਈ ਸਮਝ ਆ ਰਿਹਾ? ਵੈਸੇ ਚਾਰੇ ਪਾਸੇ ਆ, ਮੈਂ ਉਸ ਪਾਸੇ ਡਰਾ ਕਰਤਾ ਜਿੱਧਰ ਮੈਂ ਪਾਰਟੀਕਲ ਬਣਾਉਣਾ, ਠੀਕ ਆ, ਇਸ ਪਾਸੇ ਡਰਾ ਕਰਤਾ ਮੈਂ। ਇਸ ਪਲੈਨਟ ਦਾ ਮਾਸ ਕੈਪੀਟਲ M, ਰੇਡੀਅਸ ਇਹਦੀ ਕੈਪੀਟਲ R ਮੰਨ ਲਾਂਗੇ, ਓਕੇ, ਤੇ ਇਹਦੇ ਸੈਂਟਰ ਤੋਂ ਸਮਾਲ r ਡਿਸਟੈਂਸ ਤੇ ਇੱਕ ਪੁਆਇੰਟ P ਮੰਨ ਲਿਆ, ਤੇ P ਪੁਆਇੰਟ ਤੇ ਇੱਥੇ ਕਿ ਮੰਨ ਲਈਏ, ਠੀਕ ਹੈ ਨਾ, ਇੱਕ ਪੁਆਇੰਟ P ਮੰਨ ਲਿਆ, ਆ ਪੁਆਇੰਟ P ਹੋ ਗਿਆ। P ਪੁਆਇੰਟ ਤੇ ਮੈਂ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਪਤਾ ਕਰਨੀ ਆ, ਡਿਸਟੈਂਸ ਹੈਗੀ ਆ ਸੈਂਟਰ ਤੋਂ R, ਸੈਂਟਰ ਪੁਆਇੰਟ ਨੋਟ ਕਰਿਓ। P ਪੁਆਇੰਟ ਮੈਂ ਨੇੜੇ ਲੈ ਕੇ ਆਇਆ, ਹਾਂ ਬਲਬ ਬੋਲ। ਇਹ ਜਿਹੜਾ ਸਰ ਤੁਸੀਂ ਗ੍ਰੈਵਿਟੇਸ਼ਨ ਫੀਲਡ ਵਾਲਾ ਸਰਕਲ ਬਣਾਇਆ, ਇਹ ਸਰ ਤੁਸੀਂ ਸਾਈਡ ਤੋਂ ਖੁੱਲਾ ਛੱਡਿਆ ਸਰ, ਇਹਦਾ ਕੋਈ ਰੀਜ਼ਨ ਹੈ ਕਿ ਵੈਸੇ ਹੀ ਬਸ? ਬੇਟਾ ਮੇਰੇ ਕੋਲ ਥਾਂ ਥੋੜਾ ਆ, ਤਾਂ ਖੁੱਲਾ ਛੱਡਿਆ, ਠੀਕ ਹੈ ਨਾ। ਐਕਚੁਅਲੀ ਕੀ ਆ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੂੰ ਇਹ ਨਹੀਂ ਵੀ ਬਣਾਏਗਾ, ਤੂੰ ਇਸ ਤੇ ਗ੍ਰੈਵਿਟੇਸ਼ਨਲ ਫੀਲਡ ਲਿਖ ਦੇਗਾ ਤਾਂ ਵੀ ਸਹੀ ਹੈ, ਸਿੱਧੀ ਜੀ ਗੱਲ, ਠੀਕ ਹੈ ਨਾ। ਤੈਨੂੰ ਪਤਾ ਹੋਣਾ ਚਾਹੀਦਾ ਵੀ ਕੀ ਕਨਸੈਪਟ ਕਰ ਰਿਹਾ ਮੈਂ, ਓਕੇ। ਚਲੋ ਆਪਾਂ ਇਨਫਿਨਿਟੀ ਤੇ ਇੱਥੇ ਆਹ ਪੁਆਇੰਟ ਆ ਸਾਡਾ ਇਨਫਾਈਨਾਈਟ ਪੁਆਇੰਟ, ਜਸਟ ਇਹਦੇ ਅੰਦਰ, ਜਿੱਥੇ ਜਸਟ ਇਹਦੇ ਅੰਦਰ ਉਹ ਇਨਫਾਈਨਾਈਟ ਪੁਆਇੰਟ ਆ। ਪਹਿਲੀ ਗੱਲ ਤਾਂ ਇਹ ਵੀ ਗ੍ਰੈਵਿਟੇਸ਼ਨਲ ਫੀਲਡ ਜਿਹੜਾ, ਇਹਦੀ ਕੋਈ ਬਾਉਂਡਰੀ ਜਿਹੜੀ ਹੈ ਪਰਟੀਕੂਲਰਲੀ ਡਿਫਾਈਨਡ ਨਹੀਂ ਹੁੰਦੀ, ਇਸ ਗੱਲ ਦਾ ਧਿਆਨ ਰੱਖਿਓ। ਮੈਂ ਇਹ ਨਹੀਂ ਕਹਿ ਸਕਦਾ ਵੀ ਇੱਥੇ ਗ੍ਰੈਵਿਟੇਸ਼ਨਲ ਫੀਲਡ ਖਤਮ ਹੋ ਗਿਆ ਤੇ ਫਿਰ ਉਹ ਪਰਲੇ ਪਾਸੇ ਐ ਨਹੀਂਗਾ, ਠੀਕ ਹੈ। ਹੌਲੀ 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 ਆਪਣੇ ਆਪ ਹੀ ਖਤਮ ਹੋ ਜਾਂਦਾ, ਓਕੇ। ਮਤਲਬ ਕਿ ਇੱਕਦਮ ਨਹੀਂ ਆਪਾਂ ਕਹਿ ਸਕਦੇ ਵੀ ਇਹ ਰੀਜਨ ਖਤਮ ਹੋ ਗਿਆ, ਇੱਕਦਮ ਸਟਾਰਟ ਨਹੀਂ ਹੋ ਸਕਦਾ, ਠੀਕ ਹੈ। ਤਾਂ ਕਰਕੇ ਬਾਉਂਡਰੀ ਮੈਂ ਡਰਾ ਤਾਂ ਕਰ ਦਿੰਦਾ, ਪਰ ਇਹ ਡਰਾ ਕੀਤੀ ਹੋਈ ਬਾਉਂਡਰੀ ਜਿਹੜੀ ਹੈ ਇਹ ਸਾਡੀ ਹਾਈਪੋਥੈਟੀਕਲ ਆ, ਸਾਡੀ ਮੰਨੀ ਹੋਈ ਹੈ, ਓਕੇ। ਇਨਫਿਨਿਟੀ ਤੋਂ ਮੈਂ ਹੁਣ ਇੱਧਰ ਵੱਲ ਨੂੰ ਲੈ ਕੇ ਆਉਣਾ, ਕਿਹੜੇ ਮਾਸ ਨੂੰ ਲੈ ਕੇ ਆਵਾਂ ਬੇਟਾ? ਨਾਮ ਕੀ ਰੱਖਿਆ ਸੀ ਆਪਾਂ ਉਹਦਾ? ਟੈਸਟ ਮਾਸ। ਹਾਂ, ਟੈਸਟ ਮਾਸ। ਅਸੀਂ ਟੈਸਟ ਮਾਸ ਨੂੰ
m ਮਾਸ ਦਾ ਸਮਾਲ m ਮਾਸ ਦਾ ਟੈਸਟ ਮਾਸ ਆ, ਮੈਂ ਉਹਨੂੰ ਇਨਫਿਨਿਟੀ ਤੋਂ ਇੱਥੋਂ ਤੱਕ ਲੈ ਕੇ ਆਉਣਾ, ਉਹਦੇ ਵਾਸਤੇ ਜਿਹੜਾ ਮੈਨੂੰ ਟੋਟਲ ਵਰਕ ਕਰਨਾ ਪਿਆ, ਉਸ ਟੋਟਲ ਵਰਕ ਨੂੰ ਮੈਂ ਬੋਲੂੰਗਾ ਇਸ ਪੁਆਇੰਟ ਤੇ ਪੋਟੈਂਸ਼ੀਅਲ એનર્ਜੀ। ਇਦਾਂ ਹੀ ਆਪਾਂ ਕਰਦੇ ਹੁੰਦੇ ਸੀ। ਇਨਫਿਨਿਟੀ ਤੋਂ ਕਿਉਂ ਲਿਆਉਣਾ, ਉਹਦਾ ਰੀਜ਼ਨ ਆ ਕਿਉਂਕਿ ਇਨਫਿਨਿਟੀ ਤੇ ਪੋਟੈਂਸ਼ੀਅਲ એનર્ਜੀ ਜ਼ੀਰੋ ਹੁੰਦੀ ਹੈ। ਠੀਕ ਹੈ, ਇੱਕ ਗੱਲ ਦੱਸਾਂ ਤੁਹਾਨੂੰ, ਇਹ ਸਾਰੀਆਂ ਗੱਲਾਂ ਆਪਸ ਚ ਮੈਚ ਕਰਦੀਆਂ। ਦੇਖੋ ਮੈਂ ਇੱਕ ਰੈਫਰੈਂਸ ਲੈਵਲ ਲਿਆ ਤੁਹਾਡੇ ਸਾਹਮਣੇ, ਆ ਰੈਫਰੈਂਸ ਲੈਵਲ ਆ, ਤਾਂ ਮੈਂ ਇਹ ਮੰਨ ਕੇ ਚੱਲਦਾ ਵੀ ਇਸ ਰੈਫਰੈਂਸ ਲੈਵਲ ਤੇ ਪੋਟੈਂਸ਼ੀਅਲ એનર્ਜੀ ਜ਼ੀਰੋ, ਚੌਥੇ ਯੂਨਿਟ ਦੇ ਹਿਸਾਬ ਦੇ ਨਾਲ, ਵਰਕ ਪਾਵਰ એનર્ਜੀ ਦੇ ਹਿਸਾਬ ਨਾਲ। ਮੈਂ h ਹਾਈਟ ਤੇ ਲੈ ਗਿਆ, ਇੱਥੇ ਜ਼ੀਰੋ ਤੇ ਇੱਥੇ mgh, ਗੱਲ ਕਲੀਅਰ। ਤਾਂ ਰੈਫਰੈਂਸ ਲੈਵਲ ਤੇ ਪੋਟੈਂਸ਼ੀਅਲ એનર્ਜੀ ਜ਼ੀਰੋ ਮੰਨਦੇ ਆ। ਸਾਡੇ ਕੋਲੇ ਜਿਹੜਾ ਇਨਫਾਈਨਾਈਟ ਪੁਆਇੰਟ ਹੁੰਦਾ, ਆ ਵਾਲਾ ਇਨਫਾਈਨਾਈਟ ਪੁਆਇੰਟ ਤੇ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਜ਼ੀਰੋ ਹੁੰਦੀ ਆ। ਇਹ ਗੱਲ ਦਾ ਖਾਸ ਖਿਆਲ ਰੱਖਿਓ। ਤਾਂ ਕਰਕੇ ਮੈਂ ਜ਼ੀਰੋ ਤੋਂ ਮੂਵ ਕਰਵਾਇਆ, ਜ਼ੀਰੋ ਪੋਟੈਂਸ਼ੀਅਲ એનર્ਜੀ ਤੋਂ ਜਿੱਥੇ ਲੈ ਕੇ ਜਾਣਾ ਉਸ ਪੁਆਇੰਟ ਤੱਕ। ਇਹ ਰੀਜ਼ਨ ਮਤਲਬ ਕੱਲੀ ਗੱਲ ਦਾ ਲੌਜੀਕ ਆ। ਤੁਸੀਂ ਇਹ ਨਾ ਸਮਝੋ ਮੈਂ ਸਿੱਧਾ ਰੱਟਾ ਮਰਵਾਉਂਗਾ ਤੁਹਾਨੂੰ, ਠੀਕ ਆ, ਵੀ ਹਾਂ ਵੀ ਇਨਫਿਨਿਟੀ ਤੋਂ, ਇਹ ਤਾਂ ਇਦਾਂ ਹੀ ਆ ਜੀ, ਇਦਾਂ ਉਦਾਂ ਕੋਈ ਨਹੀਂ, ਹਰੇਕ ਗੱਲ ਦਾ ਰੀਜ਼ਨ ਆ। ਠੀਕ ਹੈ, ਇਸ ਪੁਆਇੰਟ ਨੂੰ, ਇਸ ਮਾਸ ਨੂੰ ਮੈਂ ਇਨਫਿਨਿਟੀ ਤੋਂ P ਪੁਆਇੰਟ ਵੱਲ ਨੂੰ ਮੂਵ ਕਰਵਾਤਾ ਬਈ, ਤਾਂ ਇੱਥੋਂ ਤੱਕ ਲਿਆਉਣ ਚ ਵਰਕ ਹੋਇਆ। ਠੀਕ ਆ, ਮੰਨ ਲਓ ਵੀ ਉਹ ਵਰਕ ਹੋਇਆ W ਇਨਫਿਨਿਟੀ ਟੂ P, ਨਾਮ ਰੱਖਦੇ ਨੇ ਇਨਫਿਨਿਟੀ ਟੂ P। ਠੀਕ ਹੈ ਨਾ, ਸਪੋਜ਼ W infinity to P is work done to bring test mass M from infinity to P, then gravitational potential energy ਨੂੰ ਮੈਂ GPE ਲਿਖਤਾ, gravitational potential energy at P ਇਹ ਕਿਹਦੀ ਹੋਊਗੀ ਵੀ? ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਟੈਸਟ ਮਾਸ ਦੀ ਹੋਊਗੀ ਜਾਂ ਪਲੈਨਟ ਦੀ ਹੋਊਗੀ? ਬੋਲੋ। ਬੋਲੋ ਬਈ। planet ਦੀ Test mass. ਹਾਂ ਟੈਸਟ ਮਾਸ ਦੀ, ਮੈਨੂੰ ਪਤਾ ਸੀ ਗੜਬੜ ਕਰੋਗੇ ਤੁਸੀਂ। ਟੈਸਟ ਮਾਸ ਦੀ, ਠੀਕ ਹੈ, ਆਫ ਟੈਸਟ ਮਾਸ ਐਟ, ਠੀਕ ਹੈ ਨਾ, P। ਤਾਂ ਇਹ ਸਾਡੇ ਕੋਲੇ ਕਿੰਨੀ ਹੋਊਗੀ? ਇਹਨੂੰ ਮੈਂ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਨੂੰ ਮੈਂ ਕਾਹਦੇ ਨਾਲ ਸ਼ੋ ਕਰਾਂ ਬੇਟਾ? ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਨੂੰ ਮੈਂ ਸ਼ੋ ਕਰ ਰਿਹਾ ਹਾਂ U ਨਾਲ। ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਨੂੰ ਮੈਂ U ਨਾਲ ਸ਼ੋ ਕਰਦਾ। ਠੀਕ ਆ, ਤਾਂ U ਇਜ਼ ਇਕੁਅਲ ਟੂ ਕਿੰਨਾ ਆ ਗਿਆ? U ਆ ਗਿਆ ਮੇਰੇ ਕੋਲੇ ਟੋਟਲ ਅਮਾਉਂਟ ਆਫ ਵਰਕ ਡਨ W ਇਨਫਿਨਿਟੀ ਟੂ P। ਆ ਤੁਹਾਡਾ ਮਤਲਬ એનર્ਜੀ ਵਰਕ ਹੁੰਦੀ, ਵਰਕ એનર્ਜੀ ਹੁੰਦਾ। ਮੈਨੂੰ ਨਹੀਂ ਲੱਗਦਾ ਇਹ 'ਚ ਕੋਈ ਦਿੱਕਤ ਹਜੇ ਤੱਕ। ਹੁਣ ਆਪਾਂ ਐਕਸਪ੍ਰੈਸ਼ਨ ਡਰਾਈਵ ਕਰਨਾ। ਕੀ ਕਰਨਾ? ਐਕਸਪ੍ਰੈਸ਼ਨ ਡਰਾਈਵ ਕਰਨਾ। ਡਾਇਗਰਾਮ ਬਣਾ ਲਿਆ ਸਾਰਿਆਂ ਨੇ? Yes, sir. ਆਪਾਂ ਨੂੰ 10 ਮਿੰਟ ਲੱਗਣਗੇ ਫਾਰਮੂਲਾ ਡਰਾਈਵ ਕਰਨ ਨੂੰ। ਠੀਕ ਹੈ, ਆ ਜਾਓ, ਐਰੋ ਲਾ ਕੇ ਲਿਖੋ ਫਾਰਮੂਲਾ ਫॉर ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ। ਇਹਦਾ ਫਾਰਮੂਲਾ ਜਾਂ ਐਕਸਪ੍ਰੈਸ਼ਨ ਲਿਖ ਲਓ। ਕਈ ਥਾਵਾਂ ਤੇ ਐਕਸਪ੍ਰੈਸ਼ਨ ਲਿਖਿਆ ਹੁੰਦਾ, ਬੱਚਾ ਡਰ ਜਾਂਦਾ ਵੀ ਪਤਾ ਨਹੀਂ ਕੀ ਚੀਜ਼ ਆ। ਐਕਸਪ੍ਰੈਸ਼ਨ, ਠੀਕ ਹੈ, ਐਕਸਪ੍ਰੈਸ਼ਨ ਫॉर ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ। P ਪੁਆਇੰਟ ਤੇ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਦੇ ਐਕਸਪ੍ਰੈਸ਼ਨ ਵਾਸਤੇ ਮੈਂ ਕੀ ਕਰੂੰਗਾ? ਮੈਂ ਇਨਫਿਨਿਟੀ ਤੋਂ ਪਾਰਟੀਕਲ ਨੂੰ ਧੱਕਾ ਮਾਰ ਕੇ ਲੈ ਕੇ ਆਇਆ ਜਾਂ ਖਿੱਚ ਕੇ ਲੈ ਕੇ ਆਇਆ, ਜਿੱਦਾਂ ਮਰਜ਼ੀ ਲੈ ਕੇ ਆਇਆ। ਠੀਕ ਆ, ਜਾਂ ਐ ਕਹ ਲਓ ਵੀ ਇਹਦਾ ਗ੍ਰੈਵਿਟੇਸ਼ਨਲ ਫੀਲਡ ਉਹਨੂੰ ਲੈ ਕੇ ਆਇਆ, ਜਿੱਦਾਂ ਮਰਜ਼ੀ ਸਮਝ ਲਓ। ਠੀਕ ਹੈ, ਕੀ ਲਿਖਾਂਗੇ? ਸਪੋਜ਼ let us consider the test mass small m is moved from infinity towards P। infinity ਤੋਂ P ਵੱਲ ਨੂੰ ਮੂਵ ਕਰਾਤਾ। is moved from infinity towards P। suppose at any time, ਮੰਨ ਲਓ ਕਿਸੇ ਵੀ particular time ਤੇ, suppose at any time instant, ਕਿਸੇ ਖਾਸ ਟਾਈਮ ਇੰਸਟੈਂਟ ਤੇ ਇਹ ਪਾਰਟੀਕਲ ਚੱਲਦਾ ਚੱਲਦਾ A ਪੁਆਇੰਟ ਤੇ ਪਹੁੰਚ ਗਿਆ। ਆਹ ਪੁਆਇੰਟ ਮੈਂ A ਕਹਿਤਾ। ਇਹ ਪਾਰਟੀਕਲ ਚੱਲਦਾ ਚੱਲਦਾ ਕਿੱਥੇ ਪਹੁੰਚ ਗਿਆ ਬੇਟਾ? A ਪੁਆਇੰਟ ਤੇ। ਇੱਥੇ ਵਿਚਾਲੇ ਮੈਂ ਕੋਈ ਪੁਆਇੰਟ A ਬਣਾਤਾ, ਦਿਖ ਰਿਹਾ ਸਾਰਿਆਂ ਨੂੰ? ਕਿਉਂ ਬਈ? A ਪੁਆਇੰਟ, mass m is at A। ਠੀਕ ਆ,
सच दैट इस तरीके का पॉइंट आए सच दैट ओ ए इज इक्वल टू एक्स कि ओ तो ए दी डिस्टेंस आ वो एक्स आ मैं इनू लिखता एक्स मैनू दसो भी इस पॉइंट ते जे एम मास पिया होवे तो फोर्स अट्रैक्शन का लगूगा कि नहीं लगूगा बोलो भाई इस पॉइंट ते फोर्स कितना लगूगा इस पॉइंट ते फोर्स अंदर वाल नू लगूगा और फोर्स लगूगा एफ वैक्टर कितना फोर्स लगूगा एफ वैक्टर ठीक है मैं फोर्स की वैल्यू एफ वैक्टर लिखती इथे देन ग्रेविटेशनल फोर्स बेटा एफ की वैल्यू मेरे को कितनी आ गई वो आ गई जी कैपिटल एम स्मॉल एम बाय एक्स स्क्वायर जे किसी ने इस फार्मूले च कोई शक आ पूछ लो इक्वेशन नंबर 1 जी कैपिटल एम कांस्टेंट आ सवाल आ मेरा ये वाला फोर्स वेरिएबल है कांस्टेंट आ जल्दी बोलो हाँ बेटा ठीक है बेटा तो फोर्स इज अ वेरिएबल फोर्स एक वेरिएबल फोर्स आ जो फोर्स वेरिएबल आ तो स्मॉल वर्क डन पहला छोटा वर्क पता करो नाउ स्मॉल वर्क डन फॉर स्मॉल डिस्प्लेसमेंट छोटी जी डिस्प्लेसमेंट कितनी बनी है भाई स्मॉल वर्क डन फॉर स्मॉल डिस्प्लेसमेंट dx निक्की जी डिस्प्लेसमेंट ए तो लैके आ पॉइंट मान लिया मैं बी तो बी तक बी नहीं मनना ना मनो इत्थे मैं कहता भी जी dx वैक्टर डिस्प्लेसमेंट हुई है डिस्प्लेसमेंट भी एनू हो रही है समझ आ रही गल कि नहीं आ रही फोर्स भी एनू लग रहा दोनों इको ही डायरेक्शन च लग रहे हैं फोर्स ते डिस्प्लेसमेंट इको ही डायरेक्शन च लग रहे हैं तो स्मॉल वर्क आया छोटा जिहा वर्क आया dw इज इक्वल टू एफ dx cos 0 डिग्री एफ dx cos 0 डिग्री जिधर नू फोर्स लग्या उधर नू डिस्प्लेसमेंट हुई फोर्स इंटू डिस्प्लेसमेंट छोटा वर्क आया और छोटा वर्क कितना आया बेटा एफ इंटू dx cos 0 डिग्री क्यों लाया क्योंकि दोनों सेम डायरेक्शन च चलो भाई dw एफ की वैल्यू इक्वेशन नंबर 1 तो इत्थे पुट कर दो जे गांह भी करनी चाहने गांह कर सकते कोई वड्डी गल नहीं जी कैपिटल एम स्मॉल एम बाय एक्स स्क्वायर dx cos 0 1 होंदा इक्वेशन नंबर आ गई साडी 2 कित्थों पुट कीता बेटा फ्रॉम 1 एक नंबर इक्वेशन तो ओके आ जाओ जिन्हों समझ नहीं आया पूछ सकता सौखा काम है बहुत ये छोटा वर्क आ गया मैं टोटल वर्क फाइंड करना इनफिनिटी तो लेके पी तक तो मैं इस छोटे वर्क का इंटीग्रेशन करदा मेरा आंसर आ जाऊगा बोलो भाई नाउ टोटल वर्क डन फ्रॉम इनफिनिटी फ्रॉम x इज इक्वल टू इनफिनिटी टू कितना x की वैल्यू इत्थे इनफिनिटी आ और इत्थे x की वैल्यू कितनी आ p पॉइंट ते बोलते नहीं हेलो बेटे समझ आ रही है आप पता लग रहा है इनफिनिटी तो लेके r तक ठीक है x की वैल्यू इनफिनिटी तो लेके r तक इंटीग्रेशन होना तो साडा आंसर आ गया टोटल वर्क w इनफिनिटी टू p is equal to integration of dw from infinity to small r p point ते x की वैल्यू r आ तो आंसर आ गया भाई इंटीग्रेशन कर काम खत्म फिनिश एडा सौखा डेरिवेशन मिलूगा किते कोई दसो तुसी इना ईजी डेरिवेशन मिलूगा किते आ जाओ w इनफिनिटी टू p is equal to वैल्यू 2 नंबर इक्वेशन तो इथे पुट कर दो g इंटीग्रेशन फ्रॉम इनफिनिटी टू r g कैपिटल M स्मॉल m बाय x स्क्वायर dx कांस्टेंट बाहर कट लो सारे w इनफिनिटी टू p इज इक्वल टू g कैपिटल M स्मॉल m बाय
बाय एक्स स्क्वायर तो आ नहीं सकता बाहर। इंटीग्रेशन फ्रॉम इनफिनिटी टू आर, एक्स स्क्वायर नीचे है, इनू ऊपर ले जा, एक्स दी पावर -2 dx कर दा बई। समझ आ रहा सारे कि नहीं आ रहा? Yes, sir. आ जाओ। W इनफिनिटी टू P इज इक्वल टू G कैपिटल M स्मॉल m, ਇਹਦਾ ਇੰਟੀਗ੍ਰੇਸ਼ਨ ਕਰੋ। ਇੰਟੀਗ੍ਰੇਸ਼ਨ ਤੁਹਾਨੂੰ ਸਾਰਿਆਂ ਨੂੰ ਕਰਵਾਇਆ ਹੋਇਆ, x ਦੀ ਪਾਵਰ ਦੇ ਵਿੱਚ ਇੱਕ ਐਡ ਹਾਂ -1 into 1 upon x. x ਦੀ ਪਾਵਰ -2 + 1 upon -2 + 1। ਮੈਂ ਜਾਣਬੁੱਝ ਕੇ ਇਦਾਂ ਲਿਖ ਰਿਹਾ, from infinity to r, W infinity to P is equal to G capital M small m, x ਦੀ ਪਾਵਰ -1 upon -1, ਇਨਫਿਨਿਟੀ ਤੋਂ ਲੈ ਕੇ r ਤੱਕ। ਠੀਕ ਲਿਖਿਆ ਮੈਂ? ਪਾਵਰ ਦੇ ਵਿੱਚ ਇੱਕ ਐਡ ਕਰਦਾ, ਉਹੀ ਪਾਵਰ ਥੱਲੇ ਲਿਖਤੀ। ਇੰਟੀਗ੍ਰੇਸ਼ਨ ਦਾ ਮੈਥਡ ਸਮਝਾਇਆ ਹੋਇਆ ਤੁਹਾਨੂੰ। ਔਰ ਫਿਰ x ਦੀ ਪਾਵਰ -1 upon -1। ਕੋਈ ਸ਼ੱਕ? ਕੋਈ ਸ਼ੱਕ? नो सर। ਮੇਰੇ ਕੋਲ ਕਿੰਨਾ? ਹਾਂ ਬੇਟਾ ਠੀਕ ਹੈ। W from infinity to P is equal to G, माइनस बाहर कढ़ लो, माइनस बाहर कढ़ लिया, G कैपिटल M स्मॉल m, और x दी पावर -1 ਨੂੰ 1 upon x लिख दो। x दी पावर -1 ਨੂੰ कितना लिख दो पुत्रो? 1 upon x। लिमिट लगाती इनफिनिटी तो लेके r तक। क्लियर? वैल्यू पुट करो लिमिट दी ते तुम्हारा आंसर आ गया। W इनफिनिटी टू P इज इक्वल टू -G कैपिटल M स्मॉल m। पहला हायर लिमिट x की जगह ते r पुट की थी, माइनस लोअर लिमिट x की जगह ते इनफिनिटी पुट की थी। और 1 अपॉन इनफिनिटी कितना हुंदा प्यारे बच्चे? 0, नियरली 0। 0। W इनफिनिटी टू P आ गया साडे कोले -G कैपिटल M स्मॉल m 1 अपॉन r -0। ओके, आंसर आ गया। कितना आंसर आया भला? W इनफिनिटी टू P, इत्थे लिख देना, W इनफिनिटी टू P इज इक्वल टू -G, पहली गल तो नेगेटिव साइन आ रहा, -G कैपिटल M स्मॉल m बाय r। इना वर्क आ गया, -G कैपिटल M स्मॉल m बाय r। दिस इज द टोटल वर्क डन। ये साडे कोले टोटल वर्क आया बेटा, -G कैपिटल M स्मॉल m बाय r। ये साडे कोले टोटल वर्क डन आ गया। ठीक है, यदि वैल्यू नेगेटिव की शो कर दी आ, यदि वैल्यू नेगेटिव आई है बई, देख रही सारे नु? क्यों बई? यदि वैल्यू नेगेटिव आई है, ये वर्क आ गया। हाँ लिख दो, दिस वर्क इज इक्वल टू, दिस वर्क इज इक्वल टू ग्रेविटेशनल पोटेंशियल एनर्जी ऑफ मास m स्मॉल m मास एट पॉइंट P पॉइंट ते ये साडे ग्रेविटेशनल पोटेंशियल एनर्जी आ। ਇਹਦਾ मतलब ग्रेविटेशनल पोटेंशियल एनर्जी ਜਿਹੜੀ ਕਿ r डिस्टेंस ਤੇ P पॉइंट ਸੀ, ਉਹ ਤੇ वैल्यू आ गई U इज इक्वल टू -G कैपिटल M स्मॉल m अपॉन r। आ ਤੁਹਾਡਾ आंसर है। ये ग्रेविटेशनल पोटेंशियल एनर्जी आ गई बेटा। समझ आ गई सारे कि नहीं आई? Yes, हाँ sir. जी सर। Yes, बड़ा sir. इंटरेस्टिंग, हाँ बहुत ही इंटरेस्टिंग सी। ठीक है, मैनू पूरी उम्मीद है तुहाडे क्लीयर हो गया। ठीक है, ਇਹਦਾ स्पेशल केस एक तुसी होमवर्क वास्ते लाओगे। बेटे ग्रेविटेशनल पोटेंशियल एनर्जी, ग्रेविटेशनल पोटेंशियल एनर्जी किसी भी प्लैनेट या किसी भी अर्थ दे सेंटर तो स्मॉल r डिस्टेंस ते किसी बॉडी दी जिहदा मास स्मॉल m होवे, ध्यान नाल सुन लो गल नूं, बॉडी दा मास स्मॉल m, प्लैनेट दा मास कैपिटल M। इस बॉडी दी जिहड़ी ग्रेविटेशनल पोटेंशियल एनर्जी आ, ਉਹਦੀ वैल्यू ਦਾ फार्मूला कीता -G कैपिटल M स्मॉल m अपॉन r। और ये तुहानूं बहुत वधिया तरीके दे नाल समझ आया कि नहीं आया? Yes, sir.
ਹੁਣ ਇਹਦੇ ਵਿੱਚ ਇੱਕ ਗੱਲ ਹੋਰ, ਉਹ ਗੱਲ ਕੀ ਆ, ਉਹ ਗੱਲ ਇਹ ਆ ਕਿ ਜਦੋਂ ਸਪੈਸ਼ਲ ਕੇਸ ਬੋਲਿਆ ਸੀ, ਮੈਂ ਕਿਹਾ ਘਰੇ ਕਰ ਲਿਓ, ਠੀਕ ਆ। ਸਪੈਸ਼ਲ ਕੇਸ ਸਾਡਾ ਕੀ ਬਣਦਾ ਇਹ ਚ, when the body, ਬ੍ਰੈਕਟ ਚ ਲਿਖ ਲਿਓ ਟੈਸਟ ਮਾਸ small m lies at infinity, ਜਦੋਂ ਆ ਬੋਡੀ ਇਨਫਿਨਿਟੀ ਤੇ ਲਾਈ ਕਰਦੀ ਆ, m ਮਾਸ ਦੀ ਬੋਡੀ ਕਿੱਥੇ ਲਾਈ ਕਰਦੀ ਪੁੱਤ, ਇਨਫਾਈਨਾਈਟ ਪੁਆਇੰਟ ਤੇ, ਇਨਫਿਨਿਟੀ ਤੇ ਲਾਈ ਕਰਦੀ, ਉਸ ਕੇਸ ਦੇ ਵਿੱਚ u at infinity, ਇਨਫਾਈਨਾਈਟ ਪੁਆਇੰਟ ਤੇ ਪੋਟੈਂਸ਼ੀਅਲ એનર્ਜੀ ਜਿਹੜੀ ਆ ਉਹਦੀ ਵੈਲਿਊ ਹੋਊਗੀ -g ਕੈਪੀਟਲ M ਸਮਾਲ m ਅਪਨ ਇਨਫਾਈਨਾਈਟ, u ਇਨਫਾਈਨਾਈਟ ਇਜ਼ ਇਕੁਅਲ ਟੂ 0, ਕਿਉਂਕਿ 1 ਅਪਨ ਇਨਫਿਨਿਟੀ 0 ਹੁੰਦਾ। ਇਹ ਗੱਲ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ 1 ਅਪਨ ਇਨਫਿਨਿਟੀ ਕਿੰਨਾ ਹੁੰਦਾ ਪੁੱਤਰੋ, ਹਾਂ 0 1 ਅਪਨ ਇਨਫਿਨਿਟੀ 0, ਓਕੇ 1 ਅਪਨ ਇਨਫਿਨਿਟੀ 0 ਹੁੰਦਾ। ਆ ਜਾਓ, ये 1 अपॉन इनफिनिटी 0 ਹੁੰਦਾ ਤੇ ਇਨਫਾਈਨਾਈਟ ਪੁਆਇੰਟ ਤੇ ਪੋਟੈਂਸ਼ੀਅਲ એનર્ਜੀ ਜਿੱਦਾਂ ਜਿੱਦਾਂ ਉੱਪਰ ਜਾਵਾਂਗੇ 0 ਹੋਗੀ। ਮੇਰਾ ਤੁਹਾਨੂੰ ਸਵਾਲ ਆਏ ਕਿ ਜਿੱਦਾਂ ਜਿੱਦਾਂ ਮੈਂ ਅਰਥ ਦੇ ਸਰਫੇਸ ਤੋਂ, ਗੱਲ ਸੁਣ ਲਿਓ, ਜਿੱਦਾਂ ਜਿੱਦਾਂ ਮੈਂ ਕਿਸੇ ਬੋਡੀ ਨੂੰ ਅਰਥ ਦੇ ਸਰਫੇਸ ਤੋਂ ਚੱਕ ਕੇ ਉੱਪਰ ਲਈ ਗਿਆ ਤੇ ਕਿੱਥੇ ਲੈ ਗਿਆ, ਇਨਫਾਈਨਾਈਟ ਪੁਆਇੰਟ ਤੇ, ਤਾਂ ਦੱਸੋ ਪੋਟੈਂਸ਼ੀਅਲ એનર્ਜੀ ਵਧੀ ਕਿ ਘਟੀ, ਵਧੀ, ਫਿਰ ਇੱਥੇ ਜਾ ਕੇ ਤੇ 0 ਹੋ ਗਈ, ਫਿਰ ਵਧੀ ਕਿੱਦਾਂ, ਪਹਿਲਾਂ ਸਰ ਵਧੂਗੀ, ਸਰ ਡਿਕਰੀਜ਼ ਹੋਈ ਕਿ ਵਧੂਗੀ ਸਰ, ਸਰ ਵਧਣੀ ਚਾਹੀਦੀ ਕਿ ਹਾਈਟ ਤਾਂ ਵੱਧ ਰਹੀ ਹੈ, ਫਿਰ ਵਧੂਗੀ ਲੌਜੀਕਲੀ ਤਾਂ। ਹਾਂਜੀ ਸਰ ਮਾਈਨਸ ਹੈ, ਇਨਫਿਨਿਟੀ ਤੇ ਆਨਸਰ ਤਾਂ ਸਾਡਾ 0 ਆਈ ਜਾਂਦਾ, ਤੁਸੀਂ ਕਹਿੰਦੇ ਹੋਰ ਕੋਈ ਲੌਜੀਕ ਹੋਊਗਾ, ਪਰ ਪੋਟੈਂਸ਼ੀਅਲ એનર્ਜੀ ਤਾਂ ਵਧੂਗੀ ਕਿਉਂਕਿ ਹਾਈਟ ਨਾ ਵੱਧਦੀ ਹੈ। ਸਰ ਲੈਸ 네ਗੇਟਿਵ ਹੁੰਦੀ ਆ ਉਹ, ਸਰ ਗ੍ਰੈਵਿਟੀ ਘਟ ਰਹੀ ਹੈ ਨਾ। ਧਿਆਨ ਨਾਲ ਸੁਣੋ, ਕੰਮ ਦੀ ਗੱਲ ਸੁਣੋ, ਵੈਲਿਊ 네ਗੇਟਿਵ ਆ, ਜਿਹੜੀ ਆ ਵੈਲਿਊ ਹੈ ਇਹ ਕੀ ਆ, 네ਗੇਟਿਵ। ਇਹ ਜਿੱਥੇ ਮਰਜ਼ੀ ਚੱਲ ਜਾਓ, ਸਰਫੇਸ ਤੇ ਚੱਲ ਜਾਓ, ਇੱਥੇ ਚੱਲ ਜਾਓ, ਇੱਥੇ ਚੱਲ ਜਾਓ, ਇੱਥੇ ਚੱਲ ਜਾਓ, ਇੱਥੇ ਚੱਲ ਜਾਓ, ਠੀਕ ਆ। ਜਿੱਦਾਂ ਜਿੱਦਾਂ ਤੁਸੀਂ ਉੱਪਰ ਜਾਓਗੇ ਵੈਲਿਊ 네ਗੇਟਿਵ ਆ, ਔਰ ਇਹ ਹੌਲੀ ਹੌਲੀ ਕਿਹਦੇ ਵੱਲ ਨੂੰ ਜਾ ਰਹੀ ਆ, ਜ਼ੀਰੋ ਵੱਲ ਨੂੰ, ਜ਼ੀਰੋ ਵੱਲ ਨੂੰ ਜਾ ਰਹੀ ਹੈ। ਐਂਡ 0 ਇਜ਼ ਦਾ ਮੈਕਸਿਮਮ ਵੈਲਿਊ, ਲਿਖਿਓ ਮੈਕਸਿਮਮ ਜੀ। ਸਰ ਸਾਫ ਨਹੀਂ ਆ ਰਿਹਾ, ਧੁੰਦਲਾ ਆ ਰਿਹਾ ਸਰ, ਕਲੀਅਰ ਨਹੀਂ ਹੈਗਾ ਬੋਰਡ। मैक्सिमम ग्रेविटेशनल पोटेंशियल एनर्जी, सर लेंस साफ करके, ग्रेविटेशनल एनर्जी ਉੱਤੇ ਜਾ ਕੇ ਘਟਦੀ ਹੈ ਕਿ 네ਗੇਟਿਵ ਹੁੰਦੀ ਹੈ, ਮੈਕਸਿਮਮ ਹੁੰਦੀ ਹੈ, मैक्सिमम कितने ਹੁੰਦੀ ਆ, मैक्सिमम कितने ਹੁੰਦੀ ਆ, 0 ਤੇ इनफिनिटी ਤੇ ਜਾ ਕੇ मैक्सिमम ਹੁੰਦੀ ਔਰ ਉਹਦੀ ਵੈਲਿਊ ਹੁੰਦੀ 0, ਓਕੇ ਸਮਝ ਆ ਗਈ। ਯੈਸ ਸਰ, ਚਲੋ ਕੰਟੀਨਿਊ ਕਰੀਏ। ਇਸ ਤੋਂ ਬਾਅਦ ਨਵੀਂ ਚੀਜ਼, ਇਹ ਤਾਂ ਹੈਗੀ ਇੱਕ ਗੱਲ ਇੰਪੋਰਟੈਂਟ ਪੁਆਇੰਟ ਆ, ਠੀਕ ਹੈ, 1 ਨੰਬਰ ਦਾ ਸਵਾਲ ਬਹੁਤ ਇੰਪੋਰਟੈਂਟ, ਕੰਪੀਟੀਟਿਵ ਲੈਵਲ ਦਾ ਵੀ ਸਵਾਲ ਆ। what is the maximum gravitational potential energy of earth and where it is obtained, ਜਾਂ where a body has, ਠੀਕ ਆ, ਕਿਸੇ ਬੋਡੀ ਦੇ ਕੋਲੇ ਇਹ ਪੋਟੈਂਸ਼ੀਅਲ એનર્ਜੀ ਕਿੱਥੇ ਹੁੰਦੀ ਆ, ਤਾਂ ਤੁਸੀਂ ਲਿਖੋਗੇ the value is 0, ਠੀਕ ਆ, and it is attained by a body at a infinite point, infinite ਦਾ ਮਤਲਬ ਜਿਹੜਾ ਡਿਫਾਈਨਡ ਨਾ ਹੋਵੇ, ਠੀਕ ਆ, ਬਹੁਤ ਹੀ ਦੂਰ ਹੋਵੇ, ਕੰਮ ਦੀ ਗੱਲ ਤੇ। ਅਗਲੀ ਗੱਲ, ਇੱਕ ਗੱਲ ਕਲੀਅਰ ਹੋ ਗਈ ਤੁਹਾਡੇ, ਕਿਉਂ ਬਈ, ਯੈਸ ਸਰ, ਚਲੋ ਅਗਲੀ ਗੱਲ ਸੁਣੋ। ਫਿਰ ਇੱਕ ਕਈ ਵਾਰ ਕੀ ਹੁੰਦਾ ਕਿ ਤੁਹਾਨੂੰ ਨਿਊਮੈਰੀਕਲ ਪ੍ਰੋਬਲਮ ਆਉਂਦੀ, ਉਹਦੇ ਵਿੱਚ ਤੁਹਾਨੂੰ ਇਹ ਪੁੱਛਿਆ ਜਾਊਗਾ, ਠੀਕ ਆ, ਤੇ ਇੱਕ ਗੱਲ ਕੰਪਲੀਟ ਕਰਤੀ ਮੈਂ। ਅੱਛਾ ਚਲੋ ਇੱਕ ਨੋਟ ਹੋਰ, 2 ਨੋਟ ਲਿਖਾਂਗੇ। ਨੋਟ ਨੰਬਰ 1 ਲਿਖਿਓ, ਨੋਟ ਨੰਬਰ 1, ਪਹਿਲਾ ਨੋਟ, ਹੁਣ ਸਾਫ਼ ਦਿਖਣ ਲੱਗ ਗਿਆ। ਹਾਂਜੀ ਨੋਟ ਨੰਬਰ 1, ਪਹਿਲਾ ਨੋਟ, ਨੋਟ ਨੰਬਰ 1 ਕੀ ਆ ਕਿ ਜਦੋਂ ਜੇ ਮੰਨ ਲਓ ਵੀ ਬੋਡੀ ਦੀ ਹਾਈਟ ਸਰਫੇਸ ਤੋਂ h ਹੋਵੇ, ਠੀਕ ਹੈ, ਸਮਾਲ r ਇਜ਼ ਇਕੁਅਲ ਟੂ ਕਿੰਨਾ ਹੋਊਗਾ, ਫਿਰ ਕੈਪੀਟਲ R ਪਲੱਸ h, R ਪਲੱਸ h ਹੋ ਕੇ ਨਹੀਂ ਹੋ, यस सर, ਹਾਂਜੀ ਨਾ, ਤਾਂ ਕੀ ਲਿਖਾਂਗੇ, if h is height of body from the surface of earth,
ਅਰਥ ਦੇ ਸਰਫੇਸ ਤੋਂ ਬਾਡੀ ਦੀ ਹਾਈਟ h ਹੋਵੇ then small r is equal to capital R plus h। ਕਲੀਅਰ ਹੈ ਕਿ ਨਹੀਂ ਕਲੀਅਰ ਹੈ? small r ਯਾਨੀ ਕਿ ਆ ਵੈਲਿਊ ਕੈਪੀਟਲ R plus h ਦੇ ਬਰਾਬਰ ਆ। ਤਾਂ ਮੈਂ ਇਸ ਫਾਰਮੂਲੇ ਨੂੰ therefore potential energy can also be written as minus g capital M small m upon R plus h। ਇਹ ਫਾਰਮੂਲਾ ਵੀ ਕਈ ਥਾਵਾਂ ਤੇ ਤੁਹਾਨੂੰ ਮਿਲੂਗਾ ਲੱਗਿਆ ਹੋਇਆ। ਠੀਕ ਹੈ ਬੇਟਾ, ਇਹ ਵੀ ਸਮਝ ਆ ਰਿਹਾ ਕਿ ਨਹੀਂ ਆ ਰਿਹਾ? आ गया सर। ਓਕੇ ਚਲੋ ਤੀਸਰੀ ਗੱਲ ਹੋਰ ਕਰਦੇ ਆ। ਨੋਟ ਨੰਬਰ 2, ਨੋਟ ਨੰਬਰ 1 ਕਲੀਅਰ ਹੋ ਗਿਆ ਸਭ ਦੇ? ਨੋਟ ਨੰਬਰ 1 ਕਲੀਅਰ ਹੋ ਗਿਆ? यस सर। ਨੋਟ ਨੰਬਰ 2 ਤੇ ਆਓ। ਨੋਟ ਨੰਬਰ 2 ਕੀ ਬੋਲਦਾ? ਮੰਨ ਲਓ ਮੈਂ ਇੱਕ ਬਾਡੀ ਨੂੰ ਇੱਕ ਪਾਰਟਿਕੂਲਰ ਪੁਆਇੰਟ ਤੋਂ ਚੱਕ ਕੇ ਉੱਪਰ ਜਾਂ ਨੀਚੇ ਜਿੱਥੇ ਵੀ ਲੈ ਕੇ ਜਾਣਾ ਚਾਹਾਂ। ਠੀਕ ਹੈ, ਨੋਟ ਨੰਬਰ 2 ਲਿਖਿਓ। ਡਾਇਗਰਾਮ ਆਪਾਂ ਦੁਬਾਰਾ ਬਣਾ ਲਾਂਗੇ, ਕੋਈ ਗੱਲ ਨਹੀਂ। ਠੀਕ ਹੈ, ਜਦੋਂ ਇੱਕ ਬਾਡੀ ਨੂੰ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੇ ਮੂਵ ਕਰਵਾਇਆ ਜਾਵੇ, ਠੀਕ ਹੈ, ਮੰਨ ਲਓ ਵੀ ਆ A ਪੁਆਇੰਟ ਆ, ਇਸ ਪੁਆਇੰਟ ਤੋਂ ਮੈਂ B ਪੁਆਇੰਟ ਤੇ ਮੂਵ ਕਰਵਾਤਾ। ਓਕੇ, A ਪੁਆਇੰਟ ਤੇ ਡਿਸਟੈਂਸ ਹੈਗੀ ਆ R1 ਸੈਂਟਰ ਤੋਂ। ਕਲੀਅਰ? B ਪੁਆਇੰਟ ਦੀ ਡਿਸਟੈਂਸ ਹੈਗੀ ਆ R2 ਸੈਂਟਰ ਤੋਂ। ਮੈਨੂੰ ਦੱਸੋ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਜ਼ਿਆਦਾ ਕਿੱਥੇ ਹੋਊਗੀ, A ਤੇ ਜਾਂ B ਤੇ? बी थे सर। बी ਹਾਈਟ ਵੱਧ ਗਈ, ਇੱਥੇ ਪੋਟੈਂਸ਼ੀਅਲ એનર્ਜੀ UA। पर यू नेगेटिव है ना। ਤਾਂ ਇਹੀ ਤੇ ਗੱਲ ਮੈਂ ਸਮਝਾਉਣੀ ਹੈ ਜਿਹੜੀ ਹੈਗੀ ਆ। ਭਾਵੇਂ U ਨੈਗੇਟਿਵ ਆ, ਹਾਈਟ ਕਿਹਦੀ ਜ਼ਿਆਦੀ ਆ? बी पॉइंट ਉਹ ਤੁਹਾਨੂੰ ਆਪਣੇ ਆਪ ਹੀ ਆਊਗੀ। ਠੀਕ ਹੈ, ਇੱਥੇ ਪੋਟੈਂਸ਼ੀਅਲ એનર્ਜੀ 0 ਵੱਲ ਨੂੰ ਜਾਊਗੀ। ਮਤਲਬ ਇੱਥੇ ਜਿਹੜੀ ਵੈਲਿਊ ਤੁਸੀਂ ਫਾਈਂਡ ਕਰੋਗੇ ਉਹ ਜੇ ਤੁਹਾਡੀ ਆਊਗੀ ਮਾਈਨਸ ਦੀ, ਮੰਨ ਲਓ 15 ਜੂਲ, ਮੈਂ ਇਦਾਂ ਕਹਿਤਾ, ਆਹ ਵਾਲੀ ਆਊਗੀ ਤੁਹਾਡੀ ਕਿੰਨੀ? ਹਾਂ, ਮਾਈਨਸ ਦਾ 10 ਜੂਲ, 12 ਜੂਲ, ਇਦਾਂ ਆਊਗੀ, 0 ਵੱਲ ਨੂੰ ਜਾਊਗੀ। ਆਟੋਮੈਟਿਕਲੀ ਆ ਵੈਲਿਊ ਵੱਡੀ ਹੋਗੀ, ਆ ਛੋਟੀ ਹੋਗੀ। ਹੁਣ ਕਹਾਣੀ ਕੀ ਆ, ਜਦੋਂ ਵੀ ਤੁਸੀਂ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੇ ਬਾਡੀ ਨੂੰ ਮੂਵ ਕਰਾਉਣਾ, ਭਾਵੇਂ A ਤੋਂ B ਮੂਵ ਕਰਾਉਣਾ, ਭਾਵੇਂ B ਤੋਂ A ਮੂਵ ਕਰਾਉਣਾ, ਓਕੇ, ਦੈਨ ਤੁਹਾਨੂੰ ਪੁੱਛਿਆ ਜਾਊਗਾ ਕਿ ਵਾਟ ਇਜ਼ ਦਾ ਵਰਕ ਡਨ। ਵਰਕ ਦੱਸੋ ਕਿੰਨਾ। ਕਲੀਅਰ ਆ ਕਿ ਨਹੀਂ ਕਲੀਅਰ? ਹਾਂਜੀ। ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਵਰਕ ਡਨ ਟੂ ਮੂਵ ਦ ਬਾਡੀ ਫਰੋਮ A to B ਲਿਖਦਾ, W is equal to ਵਰਕ ਹੋਊਗਾ ਤੁਹਾਡਾ ਫਾਈਨਲ ਮਾਈਨਸ ਇਨੀਸ਼ੀਅਲ, ਸਿਰਫ ਤੇ ਸਿਰਫ ਪੋਟੈਂਸ਼ੀਅਲ એનર્ਜੀ ਦੇ ਵਿੱਚ ਚੇਂਜ ਦੇ ਇਕੁਅਲ ਹੋਊਗਾ ਵਰਕ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਇੱਥੇ ਪੋਟੈਂਸ਼ੀਅਲ એનર્ਜੀ UB, ਇੱਥੇ ਪੋਟੈਂਸ਼ੀਅਲ એનર્ਜੀ UA। ਤੁਹਾਡਾ ਵਰਕ ਪੋਜ਼ਿਟਿਵ ਆਵੇ ਤਾਂ ਪੋਜ਼ਿਟਿਵ ਲਿਖ ਦਿਓ, ਨੈਗੇਟਿਵ ਆਵੇ ਤਾਂ ਨੈਗੇਟਿਵ ਲਿਖ ਦਿਓ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਓਕੇ, यस सर। ਤੁਸੀਂ ਵੱਡੇ ਚੋਂ ਛੋਟਾ ਮਾਈਨਸ ਕਰਨਾ, ਤੁਸੀਂ ਵੱਡੇ ਚੋਂ ਛੋਟਾ ਮਾਈਨਸ ਕਰਨਾ, ਫਾਈਨਲ ਮਾਈਨਸ ਇਨੀਸ਼ੀਅਲ ਕਰਨਾ। ਕਹਿਣ ਦਾ ਮਤਲਬ ਮੇਰਾ ਇਹ ਹੈ ਕਿ U ਫਾਈਨਲ, ਆ ਫਾਈਨਲ એનર્ਜੀ ਆ ਫਾਈਨਲ ਪੁਆਇੰਟ ਤੇ એનર્ਜੀ ਆ, ਫਾਈਨਲ ਪੋਟੈਂਸ਼ੀਅਲ એનર્ਜੀ, ਤੇ ਆ ਇਨੀਸ਼ੀਅਲ ਪੁਆਇੰਟ ਪੋਟੈਂਸ਼ੀਅਲ એનર્ਜੀ। ਮੰਨ ਲਓ ਕਿ B ਤੋਂ ਪਾਰਟੀਕਲ ਨੂੰ A ਤੇ ਲੈ ਕੇ ਆਵਾਂ, ਫੇਰ ਹਾਂ ਬਈ, ਮੰਨ ਲਓ ਮੈਂ ਪਾਰਟੀਕਲ ਨੂੰ B ਤੋਂ A ਤੇ ਲੈ ਕੇ ਮੂਵ ਕਰਵਾਇਆ ਤੇ UA ਮਾਈਨਸ UB ਆਊਗਾ। ਦਿਸ ਇਜ਼ ਦਾ ਕੀ ਪੁਆਇੰਟ ਆਫ ਦਾ ਕੁਐਸਚਨ। ਤੁਹਾਡੇ ਨਿਊਮੈਰੀਕਲ ਹੋ ਜੂਗੇ, ਇਸ ਗੱਲ ਦੀ ਆਪਣੀ ਗਾਰੰਟੀ ਹੈ। ਹੁਣ ਤੁਹਾਡਾ ਨਿਊਮੈਰੀਕਲ ਨਹੀਂ ਖੜਦਾ ਇਹਦਾ, ਓਕੇ। ਔਰ MGH ਵਾਲਾ ਫਾਰਮੂਲਾ ਸਿਰਫ ਤੇ ਸਿਰਫ ਕਦੋਂ ਲੱਗਦਾ ਪੁੱਤਰੋ? सरफेस पे। सरफेस पे। ਸਮਾਲ ਹਾਈਟਸ ਤੇ, ਛੋਟੀਆਂ ਹਾਈਟਾਂ ਤੇ। ਸਮਝ ਆ ਰਹੀ ਗੱਲ? ਅਰਥ ਦੇ ਨੇੜੇ ਨੇੜੇ, ਅਰਥ ਦੇ ਨੇੜੇ ਨੇੜੇ। MGH ਵਾਲਾ ਫਾਰਮੂਲਾ ਅਪਰੋਕਸੀਮੇਟ ਕਿੰਨੇ ਕਿਲੋਮੀਟਰ ਲਿਖਵਾਇਆ ਸੀ ਤੁਹਾਨੂੰ? 10 to 500। ਹਾਂ ਜੀ, 0 to 10 ਕਿਲੋਮੀਟਰ। 500 ਤੱਕ ਸਮਾਲ ਹਾਈਟ ਚੇਂਜ ਵਾਲਾ ਲੱਗਦਾ। ਮੈਂ ਸਿੱਧੀ MGH ਬੋਲਿਆ, ਜੀ ਦੀ ਵੈਲਿਊ ਜਿੱਥੋਂ ਤੱਕ ਵੈਰੀ ਨਹੀਂ ਕਰਦੀ, ਅਪਰੋਕਸੀਮੇਟ 10 ਕਿਲੋਮੀਟਰ ਤੱਕ ਆਪਾਂ ਨਹੀਂ ਛੇੜਨਾ ਉਹਨੂੰ।
ਉਹਨੂੰ mgh ਵਾਲਾ ਫਾਰਮੂਲਾ ਲਾਈ ਜਾਣਾ, ਉਸ ਤੋਂ ਉੱਪਰ ਛੇੜਾਂਗੇ। ਪਰ ਕਈ ਸਵਾਲ ਆਪਣੀ ਬੁੱਕ 'ਚ ਇਦਾਂ ਦੇ ਵੀ ਹੈਗੇ ਜਿਨ੍ਹਾਂ ਦੇ ਵਿੱਚ 5 ਕਿਲੋਮੀਟਰ 6 ਕਿਲੋਮੀਟਰ ਤੇ ਵੀ ਸਮਾਲ ਹਾਈਟ ਦੇ ਵਾਲਾ ਫਾਰਮੂਲਾ ਲਗਾਇਆ ਹੋਇਆ, ਠੀਕ ਹੈ, ਹੈਗੇ ਇਦਾਂ ਦੇ ਸਵਾਲ, ਠੀਕ ਹੈ ਨਾ, ਤਾਂ ਕਰਨੇ ਪੈ ਜਾਂਦੇ ਆ ਕਈ ਵਾਰ। ਆ ਜਾਓ, ਇਸ ਤੋਂ ਬਾਅਦ ਨਵਾਂ ਟੌਪਿਕ ਆ ਸਾਡਾ, ਕੰਟੀਨਿਊ ਕਰਾਂ ਬੇਟਾ। ਨਵਾਂ ਟੌਪਿਕ ਗ੍ਰੈਵਿਟੇਸ਼ਨਲ पोटेंशियल। कल पोटेंशियल एनर्जी की सी, अज पोटेंशियल करना। कल पोटेंशियल एनर्जी की सी, अज की करना पुत? ग्रेविटेशनल पोटेंशियल, नवा टॉपिक ग्रेविटेशनल पोटेंशियल। करिए शुरू। ग्रेविटेशनल पोटेंशियल एनर्जी की सी, मैं माड़ा जिहा याद करवा दा। ग्रेविटेशनल पोटेंशियल एनर्जी सी टोटल अमाउंट ऑफ वर्क डन टू ब्रिंग अ टेस्ट मास फ्रॉम इनफाइनाइट पॉइंट टू गिवन पॉइंट। याद हो गया कि नहीं होया? हो गया। याद हो गया। सारी बॉडी नूं चक के लियाउण च कीता गया वर्क, जे बॉडी दे यूनिट मास नूं लियाउण दे विच कीता गया वर्क फाइंड कर लिए, वर्क अपॉन मास, तां ओह होऊगा ग्रेविटेशनल पोटेंशियल। गल क्लीयर है कि नहीं क्लीयर है? लिख लो, रिपीट कर दो प्लीज। ਜਿਹੜਾ ਵਰਕ ਸੀ ਬੇਟਾ, ਟੋਟਲ ਵਰਕ ਸੀ ਜਿਹੜਾ, ਉਹ ਤਾਂ ਸੀ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਇਨਫਾਈਨਾਈਟ ਤੋਂ ਲਿਆਉਣ ਦੇ ਵਾਸਤੇ, ਠੀਕ ਹੈ। ਪਾਰਟੀਕਲ ਨੂੰ ਇਨਫਾਈਨਾਈਟ ਤੋਂ ਚੱਕਿਆ, ਗਿਵਨ ਪੁਆਇੰਟ ਤੇ ਲਿਆ, ਟੋਟਲ ਵਰਕ ਹੋਇਆ, ਉਹ ਪੋਟੈਂਸ਼ੀਅਲ એનર્ਜੀ ਬਣ ਗਈ ਉਸ ਪੁਆਇੰਟ ਤੇ। ਮੈਂ ਇਹ ਗੱਲ ਕਰ ਰਿਹਾ ਤੁਹਾਡੇ ਨਾਲ ਕਿ ਜੇ ਮੈਂ ਮਾਸ ਆਫ ਦ ਬॉडी, ਵਰਕ ਡਨ ਪਰ ਯੂਨਿਟ ਮਾਸ, 1 ਕਿਲੋਗ੍ਰਾਮ ਦੀ ਬॉडी ਲਿਆਉਣ ਵਾਸਤੇ ਕੀਤਾ ਗਿਆ ਵਰਕ ਜਾਂ 1 ਗ੍ਰਾਮ ਦੀ बॉडी ਲਿਆਉਣ ਵਾਸਤੇ ਕੀਤਾ ਗਿਆ ਵਰਕ, ਉਹਨੂੰ ਬੋਲੂੰਗਾ ਮੈਂ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਐਟ दैट पॉइंट। लिख दो द ग्रेविटेशनल, लिखियो डेफिनेशन लिखियो, द ग्रेविटेशनल पोटेंशियल, द ग्रेविटेशनल पोटेंशियल at a given point, gravitational potential at a given point in the gravitational field, gravitational potential at a given point in the gravitational field of a body, oblique planet पा दो, of a body oblique planet, लिख लिया, of a body oblique planet is equal to total work done पर यूनिट मास, इन्हों अंडरलाइन कर लो, इज इक्वल टू टोटल वर्क डन पर यूनिट मास इन ब्रिंगिंग द टेस्ट मास oblique in bringing the test mass small m या बॉडी ऑफ मास स्मॉल m, गल एक ही है। टेस्ट मास की है छोटी बॉडी, ठीक है। इन ब्रिंगिंग द टेस्ट मास स्मॉल m इनफिनिटी टू दैट पॉइंट, उस पॉइंट ते लियाउण दे विच कीता गया वर्क पर यूनिट मास, उस पॉइंट दे विच लियाउण वास्ते कीता गया वर्क पर यूनिट मास, कित्थों? फ्रॉम इनफिनिटी टू, इनफिनिटी तो चकना उस पॉइंट ते लेके आना। ये साडा ग्रेविटेशनल पोटेंशियल आ। किसी बच्चे नूं इहदे विच शक होवे, वो बच्चा अपना क्वेश्चन करे। किसी बच्चे नूं कोई शक होवे, वो अपना क्वेश्चन कर सकदा? बोलो प्यारे बच्चे, कोई क्वेश्चन नहीं? इन अदर वर्ड्स the gravitational potential is equal to gravitational potential energy per unit mass, क्योंकि वर्क डन ग्रेविटेशनल पोटेंशियल एनर्जी के बराबर सी पर यूनिट मास at that point। गल पल्ले पै गई कि नहीं पई? गल समझ आ गई कि नहीं आई? हाँ जी सर।
ਤਾਂ ਲਿਖਾਂਗੇ ਇਹਨੂੰ ਆਪਾਂ ਪੋਟੈਂਸ਼ੀਅਲ ਨੂੰ V ਨਾਲ ਸ਼ੋ ਕਰਾਂਗੇ। ਫਾਰਮੂਲਾ ਲਿਖਦੇ ਹਾਂ, ਗ੍ਰੈਵਿਟੇਸ਼ਨਲ potential is equal to work done from infinity to given point, कोई भी point है, ठीक है। from infinity to A लिखा सी, P लिख दो, Q लिख दो, infinity to P लिखा सी कल, from infinity to P per unit test mass, ठीक है। work done per unit test mass या gravitational potential energy per unit mass, गल एक ही है। समझ आ गया कि नहीं आया? यस सर। यस सर। यस ਇਹਨੂੰ V ਨਾਲ ਰਿਪਰੈਜ਼ੈਂਟ ਕਰਾਂਗੇ ਤਾਂ V is equal to W infinity to P upon M। ਵਰਕ ਕਿੰਨਾ ਹੋਇਆ ਸੀ? ਕਿਉਂ ਬਈ 1 upon M times minus ਦਾ G capital M small m upon small r। small r ਸੈਂਟਰ ਤੋਂ ਡਿਸਟੈਂਸ ਤੱਕ ਸਰਫੇਸ ਤੋਂ सेंटर तो ਸੈਂਟਰ ਤੋਂ ਯਾਦ ਹੋ ਗਈ ਇਹ ਚੀਜ਼ ਹੈ ਨਾ। ਚਲੋ ਆ ਜਾਓ, ਪੋਟੈਂਸ਼ੀਅਲ ਕਿੰਨਾ ਆ ਗਿਆ? ਮਾਈਨਸ m ਨਾਲ m ਕੈਂਸਲ, gm upon r। ਪੜ੍ਹਦੇ ਪੜ੍ਹਦੇ ਚੀਜ਼ਾਂ ਯਾਦ ਹੋ ਜਾਣ ਉਹਦੀ ਰੀਸ ਨਹੀਂ ਹੁੰਦੀ। ਮਾਈਨਸ gm/r ਇਹ ਪੋਟੈਂਸ਼ੀਅਲ ਆ ਗਿਆ। ਕਲੀਅਰ ਕਿ ਨਹੀਂ ਕਲੀਅਰ? क्लियर है सर। ਓਕੇ, ਇਹ ਫਾਰਮੂਲਾ ਬਣ ਗਿਆ ਮਾਈਨਸ gm/r। ਇਹ ਫਾਰਮੂਲਾ ਕਿਤੇ ਦੇਖਿਆ ਦੁਖਿਆ ਤਾਂ ਨਹੀਂ ਤੁਸੀਂ? ਕਿਉਂ ਬਈ, ਇਹ ਕਿਤੇ ਨਹੀਂ ਦੇਖਿਆ ਤੁਸੀਂ? ਨਾਲ ਹੀ ਐਰੋ ਲਾ ਕੇ ਲਿਖਿਓ, ਐਟ ਦਾ ਸਰਫੇਸ ਆਫ ਅਰਥ ਅਰਥ ਦੇ ਸਰਫੇਸ ਤੇ, ਅਰਥ ਦੇ ਸਰਫੇਸ ਤੇ ਬੇਟਾ ਸਮਾਲ ਆਰ ਦੀ ਵੈਲਿਊ ਕੈਪੀਟਲ ਆਰ ਦੇ ਬਰਾਬਰ ਹੁੰਦੀ ਆ। ਤਾਂ ਸਾਡੇ ਕੋਲੇ V ਔਨ ਦਾ ਸਰਫੇਸ ਆਫ ਪਲੈਨਟ ਔਰ ਸਰਫੇਸ ਆਫ ਦਾ ਅਰਥ ਸਾਡੇ ਕੋਲੇ ਵੈਲਿਊ ਆਊਗੀ ਮਾਈਨਸ G ਕੈਪੀਟਲ M ਅਪੋਨ ਕੈਪੀਟਲ R। ਗੱਲ ਸਮਝ ਆ ਗਈ ਕਿ ਨਹੀਂ ਆਈ? यस सर। ਇਹਦੀ SI ਯੂਨਿਟ ਲਿਖੋ, ਇਹਦੀ SI ਯੂਨਿਟ ਲਿਖੋ। ਇਹਦੀ SI ਯੂਨਿਟ ਕੀ ਹੁੰਦੀ ਪੁੱਤ? ਇਹ ਹੈਗਾ ਬੇਸਿਕਲੀ ਵਰਕ ਅਪੋਨ ਮਾਸ। ਵਰਕ ਦੀ ਹੁੰਦੀ ਹੈ m1 L2 T-2 ਅਪੋਨ ਮਾਸ ਦੀ ਹੁੰਦੀ ਹੈ m1। ਤਾਂ ਪੋਟੈਂਸ਼ੀਅਲ ਦੀ ਯੂਨਿਟ ਬਣ ਗਈ L2 T-2। ਕਿਤੇ ਪੜਿਆ ਤਾਂ ਨਹੀਂ L2 T-2? ਕਿਉਂ ਬਈ, ਕਿਤੇ ਪੜਿਆ ਤਾਂ ਨਹੀਂ ਬੇਟਾ? ਮੇਰੇ ਕੋਲ ਸਾਫ਼ ਆ ਰਿਹਾ ਬੋਰਡ, ਬਹੁਤ ਅੱਛਾ। L2 T-2 ਇਹ ਡਾਇਮੈਂਸ਼ਨਲ ਫਾਰਮੂਲਾ। ਉਹ ਇਹ ਕੀ ਕਰਤਾ ਮੈਂ? ਇਹ ਤਾਂ ਡਾਇਮੈਂਸ਼ਨਲ ਫਾਰਮੂਲਾ ਆ ਗਿਆ। ਡਾਇਮੈਂਸ਼ਨ ਲਿਖ ਲਓ ਇਹਨੂੰ, ਡਾਇਮੈਂਸ਼ਨਲ ਫਾਰਮੂਲਾ। ਔਰ ਯੂਨਿਟ ਕੀ ਹੈ? जाउल पर किलोग्राम। ਹਾਂ, ਇਹਦੀ ਯੂਨਿਟ ਆਊਗੀ ਜੂਲ ਪਰ ਕਿਲੋਗ੍ਰਾਮ। New topic is escape। escape speed ਲਿਖਿਆ ਹੁੰਦਾ ਕਈ ਬੁੱਕਸ ਦੇ ਵਿੱਚ, ਕਈ ਬੁੱਕਸ ਦੇ ਵਿੱਚ escape velocity ਲਿਖਿਆ ਹੁੰਦਾ। ਗੱਲ ਇੱਕੋ ਹੀ ਆ, escape speed ਜਾਂ escape velocity। ਹਾਂਜੀ, ਮੈਂ ਤੁਹਾਨੂੰ ਉਦੋਂ ਵੀ ਇੱਕ ਐਗਜ਼ਾਮਪਲ ਦਿੱਤਾ ਸੀ, ਅੱਜ ਫਿਰ ਦੇ ਦੇਣਾ। escape velocity ਕੀ ਹੁੰਦੀ ਹੈ ਬਈ? बोल दो। श्योर नहीं है ਸਰ ਇੱਕ ਹਾਂ। ਸਰ ਇੰਨੀ ਸਪੀਡ ਜਿਹੜੀ ਸਰ ਵੀ ਆਪਾਂ ਨੂੰ ਇੱਕ ਪਲੈਨਟ ਦੀ ਗ੍ਰੈਵਿਟੇਸ਼ਨ ਫੋਰਸ ਤੋਂ ਬਾਹਰ ਲੈ ਜਾਏ ਸਰ। ਮਿਨੀਮਮ ਸਪੀਡ। ਉਹ ਮਿਨੀਮਮ ਸਪੀਡ ਮੈਂ ਛੋਟਾ ਭੀਮ ਦਾ ਐਗਜ਼ਾਮਪਲ ਦਿੱਤਾ ਸੀ ਤੁਹਾਨੂੰ, ਯਾਦ ਆ? ਹਾਂਜੀ ਸਰ। ਛੋਟੇ ਸ਼ੇਰ ਦੀ ਪੂਛ ਨੂੰ ਘੁਮਾ ਕੇ ਵੱਟ ਕੇ ਮਾਰਦਾ, ਸਿੱਟ ਦਿੰਦਾ, ਪੁੱਠੇ ਵੀ ਮੁੜਦਾ ਸ਼ੇਰ।
भुल गए? सर फील्ड चो बाहर मारदा है नहीं इस करके और क्योंकि उन्हें मिनिमम एस्केप वेलोसिटी अटेन कर ली। हाँ, छोटा भीम ने ਉਹਨੂੰ ਮਿਨੀਮਮ ਐਸਕੇਪ ਵੈਲੋਸਿਟੀ ਮਿਨੀਮਮ ਸਪੀਡ ਦੇਤੀ ਕਿ ਉਹ ਗ੍ਰੈਵਿਟੇਸ਼ਨਲ ਫੀਲਡ ਅਰਥ ਦੇ ਗ੍ਰੈਵਿਟੇਸ਼ਨਲ ਫੀਲਡ ਚੋਂ ਬਾਹਰ ਚਲਿਆ ਗਿਆ ਤੇ ਪੁੱਠਾ ਮੁੜਿਆ ਹੀ ਨਹੀਂ। ਕਲੀਅਰ ਹੈ ਕਿ ਨਹੀਂ ਕਲੀਅਰ? यस ਠੀਕ ਹੈ सर। ਨਾ? ਹਾਂ, ਤੁਸੀਂ ਤਾਂ ਧੂਸ ਕੱਢਤੀ ਛੋਟਾ ਭੀਮ ਦੀ, ਤੁਹਾਨੂੰ ਨਹੀਂ ਪਤਾ ਲੱਗਦਾ। ਆ ਜਾਓ, ਲਿਖ ਦਿਓ the minimum velocity acquired the minimum velocity acquired with which a body can just field body can just escape from the gravitational field of earth oblique planet is called as escape velocity। ਇਹਨੂੰ ਮੈਂ escape velocity कहना। ਦੁਬਾਰਾ ਸੁਣੋ, escape velocity ਉਹ ਮਿਨੀਮਮ velocity ਆ, ਉਹ ਘੱਟ ਤੋਂ ਘੱਟ velocity ਆ ਜਿਹੜੀ ਕਿਸੇ ਬੋਡੀ ਨੂੰ ਦਈਏ ਤੇ ਉਹ ਅਰਥ ਦੇ ਗ੍ਰੈਵਿਟੇਸ਼ਨਲ ਫੀਲਡ ਚੋਂ ਬਾਹਰ ਨਿਕਲ ਜਾਵੇ। ਔਰ ਜਸਟ ਬਾਹਰ ਨਿਕਲਣ ਵਾਸਤੇ ਚਾਹੀਦੀ ਹੈ, ਬਾਹਲੀ ਤੇਜ਼ ਸਿੱਟਣ ਦੀ ਵੀ ਨਹੀਂ ਲੋੜ ਵੀ ਉਸ ਤੋਂ ਬਾਹਲੀ ਦੂਰ ਚੱਲ ਜਾਵੇ। ਅਸੀਂ ਤਾਂ ਬਸ ਉਹ ਬਾਰਡਰ ਤੋਂ ਪਾਰ ਕਰਕੇ ਬਿਠਾ ਦੇਣਾ। ਜਿੱਦਾਂ ਨਾ ਮੈਕਸੀਕੋ ਵਾਲਾ ਬਾਰਡਰ ਟੱਪਦੇ ਹੁੰਦੇ ਆ, ਉਹ ਵਾਲੇ ਅਮਰੀਕਾ 'ਚ ਜਾਣਾ ਹੁੰਦਾ ਤਾਂ ਬਾਰਡਰ ਦੇ ਜਸਟ ਪਰਲੇ ਪਾਸੇ ਜਾ ਕੇ ਖੜ ਜਾਓ, ਪੁਲਿਸ ਵਾਲੇ ਆਪੇ ਲੈ ਜਾਂਦੇ ਉਸ ਤੋਂ ਬਾਅਦ। ਠੀਕ ਆ? ਜਾਂ ਆਪਣੇ ਪਾਕਿਸਤਾਨ ਜਾਣਾ, ਕਿਸੇ ਨੇ ਗੇੜਾ ਗੂੜਾ ਕੱਢਣਾ, ਦੇਖ ਲਿਓ ਕੱਢ ਕੇ। ਠੀਕ ਹੈ ਨਾ? ਉਹ ਪਰਲੇ ਪਾਸੇ ਆਪੇ ਹੀ ਚੱਕ ਕੇ ਲੈ ਜਾਣਗੇ, ਬਾਅਦ 'ਚ ਲੋੜ ਹੀ ਨਹੀਂ ਕੁਛ ਕਰਨ ਦੀ। ਤਾਂ ਜਸਟ escape ਹੋਣਾ, ਜਸਟ। ਓਕੇ, ਪਤਾ ਵੀ ਲੱਗ ਰਿਹਾ ਕਿ ਨਹੀਂ ਲੱਗ ਰਿਹਾ? ਹਾਂਜੀ, ਇਹ escape velocity ਹੈ। escape velocity ਦਾ ਅਸੀਂ ਛੋਟਾ ਜਿਹਾ ਡੈਰੀਵੇਸ਼ਨ ਕਰਾਂਗੇ, ਫਾਰਮੂਲਾ ਬਣਾਵਾਂਗੇ। ਲਿਖਿਓ ਐਕਸਪ੍ਰੈਸ਼ਨ ਫॉर, ਇੰਪੋਰਟੈਂਟ ਬਹੁਤ ਹੈ ਇਹ। ਐਕਸਪ੍ਰੈਸ਼ਨ ਫॉर escape velocity, escape velocity ਦਾ ਐਕਸਪ੍ਰੈਸ਼ਨ ਇੰਪੋਰਟੈਂਟ ਹੈ, ਕਾਫੀ ਇੰਪੋਰਟੈਂਟ ਹੈ ਡੈਰੀਵੇਸ਼ਨ। escape velocity ਦਾ ਐਕਸਪ੍ਰੈਸ਼ਨ ਧਿਆਨ ਨਾਲ ਸੁਣ ਲਿਓ, ਬਹੁਤ ਸੌਖਾ। ਮੈਂ ਕੀ ਕੀਤਾ, ਡਾਇਗਰਾਮ ਮੈਂ ਉੱਪਰ ਨੂੰ ਬਣਾਉਂਗਾ ਬਈ। ਆ ਮੇਰੇ ਕੋਲੇ ਅਰਥ, ਅਰਥ ਦੀ ਰੇਡੀਅਸ r, ਅਰਥ ਦੇ ਸਰਫੇਸ ਤੇ ਇੱਕ ਪੁਆਇੰਟ ਆ a, ਅਰਥ ਦੇ ਸਰਫੇਸ ਤੇ ਇੱਕ ਪੁਆਇੰਟ ਆ a। ਠੀਕ ਹੈ? ਸੈਂਟਰ O, ਅਰਥ ਦੇ ਸਰਫੇਸ ਤੇ ਕੋਈ ਬੋਡੀ ਆ, ਮੰਨ ਲਓ ਰੌਕਟ, ਇੱਕ ਬੋਡੀ ਰੱਖਤੀ ਮੈਂ ਇੱਥੇ, ਬੋਡੀ ਦਾ ਮਾਸ ਆ m, ਔਰ ਇਹਨੂੰ ਕਿੱਥੇ ਲੈ ਕੇ ਜਾਣਾ? ਬੋਡੀ ਨੂੰ ਅਸੀਂ ਕਿੱਥੇ ਲੈ ਕੇ ਜਾਣਾ ਪੁੱਤ? ਦੱਸੋ ਬਈ, ਗ੍ਰੈਵਿਟੇਸ਼ਨਲ ਫੀਲਡ ਦੇ ਬਾਹਰ। ਡਿਸਟੈਂਸ ਕਿੰਨੀ ਆ? ਗ੍ਰੈਵਿਟੇਸ਼ਨਲ ਫੀਲਡ ਦੇ ਬਾਹਰ ਡਿਸਟੈਂਸ ਕਿੰਨੀ ਆ? ਇਨਫਿਨਿਟੀ। ਅਸੀਂ ਜਸਟ escape ਕਰਾਉਣਾ। ਜਸਟ escape ਦਾ ਮਤਲਬ ਇਹ ਹੁੰਦਾ ਵੀ ਜਿੱਦਾਂ ਆ ਅਰਥ ਆ ਗ੍ਰੈਵਿਟੇਸ਼ਨਲ ਫੀਲਡ ਦੀ ਬਾਉਂਡਰੀ ਆ, ਤਾਂ ਬਾਉਂਡਰੀ ਇਨਫਿਨਿਟੀ ਤੇ ਹੀ ਆ, ਬਾਉਂਡਰੀ ਇਨਫਿਨਿਟੀ ਤੇ ਆ, ਤਾਂ ਅਸੀਂ ਇਹਨੂੰ ਇੱਥੋਂ ਚੱਕ ਕੇ ਜਸਟ ਬਾਉਂਡਰੀ ਦੇ ਬਾਹਰ ਰੱਖ ਦੇਣਾ। ਇਸ ਤੋਂ ਪਰੇ ਦੀ ਸਾਡੀ ਕੋਈ ਗਾਰੰਟੀ ਨਹੀਂ। ਤਾਂ ਜਸਟ escape ਕਰਾਇਆ ਇਟ ਮੀਨਸ ਡਿਸਟੈਂਸ ਆ ਇਨਫਾਈਨਾਈਟ। ਕਲੀਅਰ ਹੈ ਕਿ ਨਹੀਂ ਕਲੀਅਰ? ਮੈਂ ਸ਼ਾਰਟਕਟ ਮੈਥਡ ਦੇ ਨਾਲ ਤੁਹਾਨੂੰ ਕਰਵਾਉਂਗਾ। ਠੀਕ ਹੈ? ਛੋਟਾ ਜਿਹਾ ਮੈਥਡ ਲਾਵਾਂਗੇ, ਲਾਅ ਆਫ ਕੰਜ਼ਰਵੇਸ਼ਨ ਆਫ ਮਕੈਨੀਕਲ એનર્ਜੀ ਲਗਾਵਾਂਗੇ। ਧਿਆਨ ਨਾਲ ਸੁਣ ਲਓ। ਇਨਫਾਈਨਾਈਟ ਪੁਆਇੰਟ ਤੇ ਬੋਡੀ ਇਹ ਪਹੁੰਚ ਗਈ, ਇਹ ਬੋਡੀ ਇੱਥੋਂ ਚੱਲੀ ਔਰ ਇਹਨੂੰ ਕਿੱਥੇ ਪਹੁੰਚਾਤਾ? ਉੱਥੇ। ਸਪੀਡ ਕਿੰਨੀ ਦਿੱਤੀ ਸੀ ਅਰਥ ਤੋਂ ਇਹਨੂੰ? ਬੋਲੋ ਬਈ, ਅਰਥ ਤੋਂ ਸਪੀਡ ਕਿੰਨੀ ਦਿੱਤੀ ਸੀ?
ਅਜੇ ਵੀ ਨਹੀਂ ਪਤਾ ਲੱਗਿਆ ਤੁਹਾਨੂੰ? ਇਹਦਾ ਨਾਮ ਰੱਖ ਲਓ VE। escape velocity ਨੂੰ ਅਸੀਂ VE ਨਾਲ ਰਿਪਰੈਜ਼ੈਂਟ ਕਰਾਂਗੇ। VE ਇੱਥੋਂ ਅਸੀਂ ਜਿਹੜੀ ਸਪੀਡ ਦਿੱਤੀ, ਵੈਲੋਸਿਟੀ ਦਿੱਤੀ ਉੱਪਰ ਵੱਲ ਨੂੰ, ਉਹ ਦਿੱਤੀ VE ਸਪੀਡ ਦੇਤੀ, ਪਰ ਇਹਨੂੰ ਗ੍ਰੈਵਿਟੇਸ਼ਨਲ ਫੀਲਡ ਚੋਂ ਬਾਹਰ ਕੱਢਣਾ। ਤੁਹਾਨੂੰ ਪਤਾ ਜਦੋਂ ਮਾਰਸ ਤੇ ਕੋਈ ਜਾਂ ਮੂਨ ਤੇ ਕੋਈ ਆਪਾਂ ਇੱਥੋਂ ਸੈਟੇਲਾਈਟ ਭੇਜਣਾ ਹੋਵੇ ਤਾਂ ਉਹਨੂੰ escape ਸਪੀਡ ਦੇਈਦੀ ਆ, ਤਾਂ ਉਹ ਅਰਥ ਦੇ ਆਰਬਿਟ ਨੂੰ ਛੱਡਦਾ ਨਹੀਂ, ਤੇ ਅਰਥ ਦੇ ਆਰਬਿਟ ਨੂੰ ਉਹ ਛੱਡਦਾ ਨਹੀਂ। ਠੀਕ ਆ, ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਆ ਜਿਓ। ਤਾਂ ਬੇਟਾ ਇਹ ਸਾਡੇ VE ਆ, ਸਾਡੇ ਕੋਲੇ ਕੀ ਆ? ਇਨਫਾਈਨਾਈਟ ਪੁਆਇੰਟ ਆ, A ਪੁਆਇੰਟ ਆ। ਠੀਕ ਆ, ਆ ਪੁਆਇੰਟ ਇਨਫਾਈਨਾਈਟ ਆ। ਮੈਂ ਸਿਰਫ ਤੇ ਸਿਰਫ ਕਿਉਂਕਿ ਅਸੀਂ ਗ੍ਰੈਵਿਟੇਸ਼ਨਲ ਫੋਰਸ ਦੇ ਅਗੇਂਸਟ ਵਰਕ ਕਰ ਰਹੇ, ਗ੍ਰੈਵਿਟੇਸ਼ਨਲ ਫੋਰਸ ਕੰਜ਼ਰਵੇਟਿਵ ਆ ਕਿ ਨਾਨ ਕੰਜ਼ਰਵੇਟਿਵ ਆ? ਬੋਲੋ। ਕੰਜ਼ਰਵੇਟਿਵ ਹੈ ਸਰ। ਪੜਾਇਆ ਹੋਇਆ ਚੌਥੀ ਯੂਨਿਟ ਚ, ਬੜੀ ਡਿਟੇਲ ਚ ਕੀਤਾ ਆਪਾਂ। ਗ੍ਰੈਵਿਟੇਸ਼ਨਲ ਫੋਰਸ ਕੰਜ਼ਰਵੇਟਿਵ, ਕੰਜ਼ਰਵੇਟਿਵ ਦੇ ਅੰਡਰ ਕੀਤਾ ਗਿਆ ਵਰਕ ਪਾਥ ਤੇ ਡਿਪੈਂਡ ਕਰਦਾ ਕਿ ਨਹੀਂ ਕਰਦਾ? ਨਹੀਂ ਕਰਦਾ ਸਰ। ਕਰਦਾ ਕੌਣ ਬੋਲਿਆ? ਨਹੀਂ ਕਰਦਾ ਡਿਪੈਂਡ ਨਹੀਂ ਕਰਦਾ, ਰਸਤੇ ਤੇ ਨਹੀਂ ਡਿਪੈਂਡ ਕਰਦਾ। ਕਿਹਦੇ ਤੇ ਡਿਪੈਂਡ ਕਰਦਾ? ਇਨੀਸ਼ੀਅਲ ਪੋਜੀਸ਼ਨ ਤੇ ਫਾਈਨਲ ਪੋਜੀਸ਼ਨ। ਕਲੀਅਰ? ਇਹਦਾ ਮਤਲਬ ਇਹ ਹੈ ਕਿ ਇੱਥੇ ਕਾਇਨੈਟਿਕ ਤੇ ਪੋਟੈਂਸ਼ੀਅਲ ਦਾ ਸਮ, ਇਹਦਾ ਮਤਲਬ ਮਕੈਨੀਕਲ એનર્ਜੀ ਦਾ ਕੰਜ਼ਰਵੇਸ਼ਨ ਲਾਅ ਲੱਗੂ ਕਿ ਨਹੀਂ ਲੱਗੂ? ਲੱਗੂਗਾ ਸਰ। ਲਾ ਦੋ, ਲਿਖਿਓ ਇੱਥੇ ਮਾੜੀ ਜੀ ਗੱਲ ਲਿਖਿਓ। ਸਪੋਜ਼ the body of mass small m is projected with escape speed या velocity लिख दो VE from the surface of earth, from the surface of earth। समझ आ रही गल? and it reaches and it सर बोर्ड क्लियर नहीं आ रहा। and it reaches, मेरे को बहुत क्लियर आ रहा है पुत्र, and it reaches at infinite just outside the gravitational limit, just outside the gravitational limit। मैं बोल रहा ਤੁਸੀਂ ਲਿਖ ਲਿਆ ਕਰੋ ਪੁੱਤ, ਜੇ ਕਈ ਵਾਰ ਬੋਰਡ ਮੰਨ ਲਓ ਤੁਹਾਨੂੰ ਦਿੱਕਤ ਆਉਂਦੀ ਨੈਟਵਰਕ ਦੀ, ਤਾਂ ਮੈਂ ਬੋਲਦਾ ਹਾਂ ਨਾ, ਨੋਟ ਕਰ ਲਿਆ ਕਰੋ। ਠੀਕ ਹੈ? ਸਪੋਜ਼ the body of mass m is projected with the escape velocity ਕਿੰਨੀ? VE ਕਿੱਥੋਂ? from the surface of earth and it reaches the infinite। ਇਹ ਇਨਫਾਈਨਾਈਟ ਤੇ ਰੀਚ ਕੀਤਾ, ਜਿਹੜਾ ਪੁਆਇੰਟ ਜਸਟ ਗ੍ਰੈਵਿਟੇਸ਼ਨਲ ਫੀਲਡ ਦੇ ਜਾਂ ਗ੍ਰੈਵਿਟੇਸ਼ਨਲ ਲਿਮਿਟ ਦੇ ਜਸਟ ਬਾਹਰ, ਯਾਨੀ ਕਿ ਅਸੀਂ ਆਲਮੋਸਟ ਉੱਥੇ ਹੀ ਆ, ਇਨਫਾਈਨਾਈਟ ਪੁਆਇੰਟ, ਗ੍ਰੈਵਿਟੇਸ਼ਨਲ ਫੀਲਡ ਦੀ ਬਾਉਂਡਰੀ ਤੇ ਹੀ ਆਪਾਂ। ਠੀਕ ਹੈ? ਤਾਂ ਲਿਖ ਦਿਓ, since the gravitational force is a conservative force, since the gravitational force is a conservative force, लिखो भाई, since the gravitational force is a conservative force, gravitational force एक conservative force आ। चौथी यूनिट बड़ी डिटेल की थी आप, gravitational force is a conservative force, therefore ਤਾਂ ਕੀ ਹੋਇਆ? Therefore, from law of conservation of mechanical energy, from law of conservation of mechanical energy, हाँ जी, mechanical energy ਦਾ conservation law ਕਿਹੜਾ ਬੱਚਾ ਦੱਸੂਗਾ ਮੈਨੂੰ? mechanical energy ਦਾ conservation law ਕੀ ਕਹਿੰਦਾ? under the effect of conservative force ਕੀ ਹੁੰਦਾ? Sir, the sum of potential energy and the kinetic energy at any point in the trajectory is same or constant। ਹਾਂ, ਇਸ ਪਾਥ ਦੇ ਉੱਤੇ ਕਿਸੇ ਵੀ ਪੁਆਇੰਟ ਤੇ ਤੁਸੀਂ ਕਾਇਨੈਟਿਕ ਤੇ ਪੋਟੈਂਸ਼ੀਅਲ ਦਾ ਸਮ ਕਰ ਲਿਓ, ਉਹ ਇਕੁਅਲ ਰਹੂਗਾ, ਬਦਲਦਾ ਨਹੀਂ।
समझ आ रही गल? जिदा जिदा पार्टिकल ऊपर ਨੂੰ ਜਾਊਗਾ ਉਹਦੀ ਸਪੀਡ ਘਟੂਗੀ, ठीक है? तो काइनेटिक एनर्जी घटूगी, काइनेटिक एनर्जी घटी जाऊगी तो पोटेंशियल एनर्जी वधी जाऊगी। समझ आ रही ना गल? काइनेटिक एनर्जी डिक्रीज करू, पोटेंशियल एनर्जी इनक्रीज करूगी। तो साडे कोले की आऊगा, मैकेनिकल एनर्जी का कंजरवेशन लिखा मैं, ध्यान नाल सुणियो, बड़े सौखे ਜਿਹੇ तरीके नाल लिखांगे। काइनेटिक एनर्जी के लिख देना, के प्लस पोटेंशियल एनर्जी यू एट ए, किहड़े पॉइंट ते? ए ते, इज इक्वल टू काइनेटिक एनर्जी प्लस पोटेंशियल एनर्जी किहड़े पॉइंट ते? इनफाइनाइट पॉइंट। गल सही लिखी है गलत लिखी है? के सही है प्लस सर। यू ए पॉइंट ते और के प्लस यू इनफिनिटी ते इक्वल आ, बराबर आ जाओ। ए पॉइंट ते काइनेटिक एनर्जी इत्थे, मास एम, वेलोसिटी वी, काइनेटिक एनर्जी बोलो, हाफ mv² काइनेटिक एनर्जी आ गई हाफ एम वी स्क्वायर। ओके, उस तो बाद यू पोटेंशियल एनर्जी कितनी इत्थे ही, केड़ी पता करनी? एमजीएच ना लिख दो, mgh करदा राजा तेरा एमजीएच। एमजीएच सर किहड़े हिसाब नाल आऊ सरफेस तेरी? सरफेस से ही है सरफेस पॉइंट ते ग्रेविटेशनल पोटेंशियल एनर्जी माइनस जी कैपिटल एम स्मॉल एम अपॉन सेंटर तो डिस्टेंस कितनी है तेरी? कैपिटल आर। कैपिटल आर लिखो, रेडियस ऑफ अर्थ माइनस जी कैपिटल एम स्मॉल एम अपॉन कैपिटल आर। वेरी इंपॉर्टेंट, आ जी लाइन है ना, जी आ वाली, जे तुसी आ लाइन लिख गए तो समझ लो तुहाडा डेरिवेशन हो गया, जे तुहाडे तो लाइन नहीं लिखी गई तो समझ लो तुहाडा डेरिवेशन बिल्कुल नहीं। कंटिन्यू करते हैं। इनफिनिटी पॉइंट ते जाके पार्टिकल रुक गया, इत्थे जाके स्पीड कितनी हो गई ओदी? 0। ਆਪਾਂ ਤਾਂ ਬਾਉਂਡਰੀ ਤੋਂ ਬਾਹਰ ਕੱਢ ਕੇ ਬਿਠਾ ਦੇਣਾ, ਤੁਰਿਆ ਫਿਰੇ ਜਿੱਥੇ ਮਰਜੀ। ਬਾਉਂਡਰੀ ਦੇ ਬਾਹਰ ਕਾਈਨੈਟਿਕ એનર્ਜੀ ਸਾਡੇ ਵੱਲੋਂ ਤਾਂ 0 ਆ, ਪਲੱਸ ਪੋਟੈਂਸ਼ੀਅਲ એનર્ਜੀ ਉੱਥੇ ਕਿੰਨੀ ਸੀ? 0 ਇਨਫਾਈਨਾਈਟ ਪੁਆਇੰਟ ਤੇ ਪੋਟੈਂਸ਼ੀਅਲ એનર્ਜੀ ਹਜੇ ਕਰਵਾਇਆ ਉਹਦੇ ਸਾਰੀ ਤੁਹਾਨੂੰ 0 0। ਆंसर आ गया, वी फाइंड कर लो, हाफ एम वी स्क्वायर इज इक्वल टू जी कैपिटल एम स्मॉल एम अपॉन कैपिटल आर, एम नाल एम कैंसल, वी इज इक्वल टू आ गया अंडर रूट 2gm अपॉन कैपिटल आर। एस्केप वेलोसिटी किसी भी प्लैनेट दे मास ते डिपेंड करती है, ਉਹਦੀ रेडियस ते डिपेंड करती है, बॉडी ते डिपेंड नहीं करती। मतलब भावें तो शेर नूं सिੱਟ देवे छोटा भीम, भावें हाथी की सुंड फड़ के घुमा देवे, ਉਹਨੂੰ सेम स्पीड देनी पऊगी और इन्नी आ। एक प्लैनेट ते एस्केप स्पीड सेम होगी, इन्नी आ। V इज इक्वल टू अंडर रूट 2gm बाय r। किसी भी बच्चे नूं शक आ वो क्वेश्चन कर लो। सेकंड स्टेप समझा दो, जैसे k प्लस u इनफिनिटी विच u इनफिनिटी तो 0 है, k इनफिनिटी भी 0 है। ਪਾਰਟੀਕਲ ਇਨਫਿਨਿਟੀ ਤੇ ਜਾ ਕੇ ਰੁਕਣਾ ਨਹੀਂ ਉਹਨੂੰ, ਜਦੋਂ ਉਹਨੂੰ ਜਸਟ ਆਪਾਂ ਕੀ ਬੋਲਿਆ, ਜਸਟ ਐਸਕੇਪ ਫਰਮ ਦ ਗ੍ਰੈਵਿਟੇਸ਼ਨਲ ਫੀਲਡ। ਅਸੀਂ ਗ੍ਰੈਵਿਟੇਸ਼ਨਲ ਫੀਲਡ ਤੱਕ ਪਹੁੰਚਾਉਣ ਦੀ ਸਪੀਡ ਦੇਣੀ, ਇਸ ਤੋਂ ਬਾਹਰ ਵੱਧ ਨਹੀਂ ਦੇਣੀ। ਅਸੀਂ ਗ੍ਰੈਵਿਟੇਸ਼ਨਲ ਫੀਲਡ ਦੀ ਬਾਉਂਡਰੀ ਤੱਕ ਅਪਰੋਚ ਕਰਕੇ ਉਸ ਤੋਂ ਗਾਂਹ ਦੀ ਸਪੀਡ ਨਹੀਂ ਅਸੀਂ ਦੇਣੀ, ਉਹ ਫਿਰ ਫालतू ਹੋ ਜੂਗੀ, ਉਹ ਸਕੇਪ ਸਪੀਡ ਥੋੜੀ ਹੋਊਗੀ। ਕਲੀਅਰ? ਹਾਂਜੀ ਸਰ। ਚਲੋ ਆ ਜਾਓ, ਇਹ ਸਕੇਪ ਸਪੀਡ ਆ ਗਈ ਬੇਟਾ ਸਾਡੀ, लिख दो we see that it depends only upon the mass and radius of the planet। ठीक है, ਇਹਦਾ planet ਦਾ mass ਇੱਥੇ ਵੀ कैपिटल M लिखो। it depends upon mass and radius of the planet। प्लैनेट दी मास ते प्लैनेट दी रेडियस ते डिपेंड करती है। ਇਹਦਾ मतलब एक गिवन प्लैनेट ਦੇ ਵਾਸਤੇ ਇਹ कांस्टेंट होगी बई। यस सर। हाँ जी सर। लिख दो means it is a constant, means it is a constant on the surface of a given planet। किसी भी सरफेस ते कांस्टेंट होगी, मैं नहीं बोलिया भी बाहर कांस्टेंट होगी,
ਇੱਥੇ ਜਿੱਦਾਂ ਜਿੱਦਾਂ ਹਾਈਟ ਵਧਾਓਗੇ ਉਦਾਂ ਉਦਾਂ ਆਰ ਦੀ ਵੈਲਿਊ ਚੇਂਜ ਹੋ ਜੂਗੀ ਤੁਹਾਡੀ, ਠੀਕ ਹੈ, ਇੱਥੇ ਚੇਂਜ ਹੋ ਜਾਣਾ। ਫਿਰ ਤੁਹਾਨੂੰ ਆਹੀ ਫੰਡਾ ਲਾਉਣਾ ਪੈਣਾ, ਆਹ ਵਾਲਾ escape speed find ਕਰਨ ਵਾਸਤੇ ਦੁਬਾਰਾ। ਤਾਂ ਇੱਥੇ ਹਾਈਟ ਤੁਹਾਡੀ r plus h ਆ ਜੂਗੀ। ਜਦੋਂ r plus h ਆ ਗਿਆ ਇੱਥੇ ਤਾਂ escape speed ਤੁਹਾਡੀ, ਜਦੋਂ r ਵਧਿਆ r ਦੀ ਵੈਲਿਊ r plus, ਮੰਨ ਲਓ ਵੀ ਸਰਫੇਸ ਦੀ ਬਜਾਏ ਮੈਂ ਕਹਾਂ ਨਹੀਂ ਮੈਂ ਤੇ ਇੱਥੇ escape speed find ਕਰਨੀ ਹੈ, ਜੇ ਇੱਥੇ find ਕਰਨੀ ਆ ਤਾਂ ਹਾਈਟ ਵਧ ਗਈ, ਹਾਈਟ ਵਧਿਆ escape speed ਘਟ ਜੂਗੀ, ਮਤਲਬ ਸਰਫੇਸ ਤੇ ਜ਼ਿਆਦੀ ਆ, ਉੱਪਰ ਵੱਲ ਨੂੰ ਜਾਂਦੇ ਜਾਂਦੇ ਘਟਦੀ ਜਾਂਦੀ ਹੈ escape speed। ਕਲੀਅਰ ਆ, ਉੱਪਰ ਵੱਲ ਨੂੰ ਜਾਂਦੇ ਘਟਦੀ ਜਾਂਦੀ ਹੈ। ਹੋਰ ਜਿਆਦਾ ਡਿਟੇਲ ਕਰਾਂਗੇ ਕੋਈ ਨਹੀਂ। ਆ ਲਿਖੋ ਜਲਦੀ ਸੇ, ਕੀ ਲਿਖਿਆ ਆਪਾਂ, ਐਂਡ ਇਟਸ ਵੈਲਿਊ ਇਜ਼ ਕਾਂਸਟੈਂਟ ਔਨ ਦਾ ਸਰਫੇਸ ਆਫ ਅ ਗਿਵਨ ਪਲੈਨਟ। ਕਲੀਅਰ। ਆਲਸੋ ਇੱਕ ਡੈਫੀਨੇਸ਼ਨ ਸਾਨੂੰ ਪਤਾ, ਧਿਆਨ ਨਾਲ ਸੁਣਿਓ। ਆਲਸੋ ਵੀ ਨੋ, ਸਾਨੂੰ ਪਤਾ ਆ ਕਿ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਹੁੰਦੀ gm, ਕੈਪੀਟਲ G ਕੈਪੀਟਲ M ਬਾय r ਸਕੁਅਰ। ਅਰਥ ਦੇ ਸਰਫੇਸ ਤੇ ਇੰਨੀ ਹੁੰਦੀ ਹੈ ਕਿ ਨਹੀਂ ਹੁੰਦੀ? यस सर। ਕਿਉਂ? ਅਰਥ ਦੇ ਸਰਫੇਸ ਤੇ ਇੰਨੀ ਹੁੰਦੀ ਹੈ ਨਾ, ਕੋਈ ਹੋਰ ਵੈਲਿਊ ਹੁੰਦੀ ਹੈ? नहीं सर, आही होती है। ਤਾਂ ਇੱਥੋਂ ਆਪਾਂ ਫਾਈਂਡ ਕਰਾਂਗੇ, ਜੇ ਮੈਂ ਇੱਥੋਂ ਕੈਪੀਟਲ G ਕੈਪੀਟਲ M ਦੀ ਵੈਲਿਊ ਫਾਈਂਡ ਕਰਾਂ ਤਾਂ ਸਮਾਲ g ਇੰਟੂ r ਸਕੁਅਰ ਆ ਗਈ। ਕਿੰਨੀ ਆ ਗਈ? ਸਮਾਲ g ਇੰਟੂ r ਸਕੁਅਰ। gm is equal to small g into r square। ਆ ਵੈਲਿਊ, ਇਹਨੂੰ ਇਕੁਏਸ਼ਨ ਨੰਬਰ ਪਾਇਓ, ਕਿੰਨਾ ਬਣਦਾ? 1 ਬਣਦਾ। ਇਹਨੂੰ ਪਾ ਦਿਓ 2, using 2 in 1, using equation 2 in 1। ਤਾਂ ਮੇਰੇ ਕੋਲੇ ਆਨਸਰ ਆ ਗਿਆ escape speed ਦਾ। ਇੱਕ ਹੋਰ ਆ ਗਿਆ, ਇੱਕ ਆਨਸਰ ਤਾਂ ਪਹਿਲਾਂ ਹੀ ਆਇਆ ਸੀ, ਇੱਕ ਹੋਰ ਆ ਗਿਆ 2 times small g into r square upon r। r ਦੇ ਨਾਲ ਇੱਕ ਪਾਵਰ ਕੈਂਸਲ, escape speed ਆ ਗਈ ਅੰਡਰ ਰੂਟ 2g capital R, under root 2g capital R। This is the escape speed। ਕਿਸੇ ਵੀ ਬੱਚੇ ਨੂੰ ਸ਼ੱਕ ਹੋਵੇ ਪੁੱਛ ਲਓ। ਉਹ ਫਾਰਮੂਲਾ ਤੇ ਆ 3 ਨੰਬਰ ਫਾਰਮੂਲਾ ਇੱਕੋ ਹੀ ਗੱਲ ਆ, ਜੋ ਦਿੱਤਾ ਆ ਉਸ ਹਿਸਾਬ ਦੇ ਨਾਲ ਕਰ ਦਿਓ। ਜੇ ਕਿਸੇ ਪਲੈਨਟ ਦਾ ਮਾਸ, ਉਹਦੀ g ਦੀ ਵੈਲਿਊ ਕਾਂਸਟੈਂਟ ਹੀ ਆ, r ਰੇਡੀਅਸ ਦਿੱਤੀ ਆ, ਤਾਂ ਫਾਰਮੂਲਾ ਲਗਾ ਲਓ। ਔਰ ਜੇ ਉਸ ਪਲੈਨਟ ਦੇ ਸਰਫੇਸ ਤੇ g ਦੀ ਵੈਲਿਊ ਪਤਾ, ਜਿਹਦਾ 9.8 ਆ ਸਮਾਲ g ਦੀ ਵੈਲਿਊ ਅਰਥ ਵਾਸਤੇ, ਕੈਪੀਟਲ R 6400 ਕਿਲੋਮੀਟਰ ਆ, ਅਸੀਂ escape speed ਅਰਥ ਦੇ ਸਰਫੇਸ ਤੇ ਬੜੀ ਆਸਾਨੀ ਨਾਲ ਕੈਲਕੂਲੇਟ ਕਰ ਸਕਦੇ ਹਾਂ। ਕਰ ਸਕਦੇ ਕਿ ਨਹੀਂ ਕਰ ਸਕਦੇ? यस सर। ਚਲੋ ਫਿਰ ਕਰੋ, ਸਪੈਸ਼ਲ ਕੇਸ ਲਿਖੋ ਇਹਦਾ। ਸਪੈਸ਼ਲ ਕੇਸ ਨੰਬਰ 1, ਔਨ ਦ ਸਰਫੇਸ ਆਫ ਅਰਥ, ਔਨ ਦ ਸਰਫੇਸ ਆਫ ਅਰਥ, ਅਰਥ ਦੇ ਸਰਫੇਸ ਤੇ ਸਮਾਲ g is equal to ਹੈਗਾ 9.8 ਮੀਟਰ ਪਰ ਸੈਕਿੰਡ ਸਕੁਅਰ, ਕੈਪੀਟਲ R ਹੈਗਾ 6400 ਕਿਲੋਮੀਟਰ। ਇਹਦੇ ਮੀਟਰ ਬਣਾ ਲਿਓ, ਵੈਲਿਊ ਪੁੱਟ ਕਰੋ, escape speed ਅਰਥ ਦੇ ਸਰਫੇਸ ਤੇ ਪਤਾ ਕਰੋ ਕਿੰਨੀ ਆ। ਸ਼ੇਅਰ ਬਣ ਜਾਓ ਜਲਦੀ ਸੇ, ਦੇਖਦੇ ਕੌਣ ਪਹਿਲਾਂ ਕਰਦਾ। ਕਿੰਨੀ ਵੈਲਿਊ ਪਿਆਰੇ ਬੱਚੋ? 11,186 मीटर पर सेकंड। ਲਓ ਬਈ ਮੈਂ ਵੀ ਚੈੱਕ ਕਰ ਲਾਂ। VE is equal to ਤੁਹਾਡੀ ਆ ਰਹੀ ਆ ਅੰਡਰ ਰੂਟ 2 ਟਾਈਮਸ G ਦੀ ਵੈਲਿਊ 9.8, R ਦੀ ਵੈਲਿਊ 6400 ਕਿਲੋਮੀਟਰ ਦਾ 10 ਦੀ ਪਾਵਰ 3 ਲਗਾਤਾ 10.02 ਕਿਲੋਮੀਟਰ ਪਰ ਸੈਕਿੰਡ। ਤੁਸੀਂ ਕੈਲਕੂਲੇਟਰ ਨਾ ਯੂਜ਼ ਕਰਿਆ ਕਰੋ, ਠੀਕ ਆ, ਇਹ ਨੁਕਸਾਨ ਕਰਦਾ ਬੰਦੇ ਦਾ। 2 into ਡੈਸੀਮਲ ਉਡਾਇਆ, ਥੱਲੇ 10 ਲਗਾਤਾ, 0 ਨਾਲ 1 0 ਕੈਂਸਲ। 98 ਨੂੰ ਲਿਖਿਆ 49 into 2, 64 ਨੂੰ ਲਿਖਿਆ 8 into 8 ਔਰ 10 ਦੀ ਪਾਵਰ ਬਣ ਗਈ 4। ਚੈੱਕ ਕਰਿਓ ਆਨਸਰ ਤਾਂ ਤੁਹਾਡਾ ਉਹੀ ਆਇਆ ਹੋਇਆ, ਐਵੇਂ ਕੈਲਕੂਲੇਟਰ ਚੱਕੀ ਫਿਰਦੇ ਤੁਸੀਂ। ਦੇਖੋ 2 Yes, sir, 49 ਦਾ 7 ਬਾਰ, 2 into 2 ਦਾ 2 ਬਾਰ, 8 into 8 ਦਾ 8 ਬਾਰ, 10 ਦੀ ਪਾਵਰ 4 ਦਾ 10 ਦੀ ਪਾਵਰ 2 ਬਾਰ। ਹਾਂ ਬਈ ਕਿੰਨਾ ਆਇਆ ਸੀ? 11,200 11,200 ਮੀਟਰ ਪਰ ਸੈਕਿੰਡ। ਬਾਲੇ ਕੈਲਕੂਲੇਟਰ ਵਰਤੋਂਗੇ ਉਹਨੇ ਨੁਕਸਾਨ ਚ ਜਾਓਗੇ। ਕੈਲਕੂਲੇਟਰ ਨੂੰ ਯੂਜ਼ ਕਰੋ ਜਦੋਂ ਲੋੜ ਆ, ਐਵੇਂ ਨਹੀਂ।
ਕਿਲੋਮੀਟਰ ਪਰ ਆਵਰ ਬਣਾਉਣੇ ਇਹਦੇ ਕਿਲੋਮੀਟਰ ਪਰ ਸੈਕਿੰਡ 11 ਪੁਆਇੰਟ 1000 ਨਾਲ ਡਿਵਾਈਡ ਕਰ ਦੋ। 11 X हाँ बोलो so बोलो so ठीक है ठीक 11.2 ਕਿਲੋਮੀਟਰ ਪਰ ਸੈਕਿੰਡ। ਅਰਥ ਦੇ ਸਰਫੇਸ ਤੋਂ ਜੇ ਮੰਨ ਲਓ ਅਨਮੋਲਦੀਪ ਨੂੰ ਇੰਨੀ ਸਪੀਡ ਦੇ ਦਈਏ, ਕਿੰਨੀ ਸਪੀਡ ਆਏ 11.2 ਕਿਲੋਮੀਟਰ ਪਰ ਸੈਕਿੰਡ, ਲਗਭਗ 1.5 ਸੈਕਿੰਡ ਚ ਪੁੱਛੋ ਮੰਡੀ, ਲਗਭਗ 3 ਸੈਕਿੰਡ ਦੇ ਵਿੱਚ ਰਾਮਪੁਰਾ, ਲਗਭਗ 6 ਸੈਕਿੰਡ ਦੇ ਵਿੱਚ ਬਰਨਾਲਾ। ਜੇ ਇੰਨੀ ਸਪੀਡ ਦੇ ਦਈਏ ਤਾਂ ਫਿਰ ਅਨਮੋਲ ਵੀ ਫਿਰ ਸਕੇਪ ਕਰ ਜੂਗਾ। ਗੱਲ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ? ਸਰ ਸੋਨਿਕ ਬੂਮ ਵੀ ਹੋ ਜੂ।